क्या कोई नहीं, आ हाँ जाओ फिर। हाँ जी हाँ। नानक हुक्मे जे बुझै ਤਾਂ ਹਉਮੈ ਕਹੇ ਨਾ ਕੋਈ। ਤੇ ਦੇਖੋ ਅਸੀਂ ਗੁਰਬਾਣੀ 'ਚ ਪੜਿਆ ਵੇ ਕਿ ਹਉਮੈ ਨਾਵੇ ਨਾਲ ਵਿਰੋਧ ਹੈ। ਵਿਰੋਧ ਦਾ ਮਤਲਬ ਹੈ ਜਿੱਥੇ ਹਉਮੈ ਹੁੰਦੀ ਹੈ ਉੱਥੇ ਨਾਮ ਨਹੀਂ ਹੁੰਦਾ। ਜਦੋਂ ਨਾਮ ਅੰਦਰ ਵਸ ਜਾਏਗਾ ਤੇ ਫਿਰ ਹਉਮੈ ਨਹੀਂ ਰਹੇਗੀ, ਕਿਉਂਕਿ ਦੋਨਾਂ ਦਾ ਆਪਸ 'ਚ ਵਿਰੋਧ ਹੈ, ਇਕੱਠੇ ਨਹੀਂ ਰਹਿੰਦੇ। ਜਿਸ ਤਰ੍ਹਾਂ ਅੱਗ ਤੇ ਪੈਟਰੋਲ ਇਕੱਠੇ ਨਹੀਂ ਰਹਿ ਸਕਦੇ, ਉਸੇ ਤਰ੍ਹਾਂ ਹਉਮੈ ਤੇ ਨਾਮ ਇਕੱਠੇ ਨਹੀਂ ਰਹਿ ਸਕਦੇ ਕਦੀ ਵੀ। ਤੇ ਜੇ ਇਸ ਨੂੰ ਗੱਲ ਸਮਝਣਾ ਹੈ ਤੇ ਗੁਰੂ ਸਾਹਿਬ ਕਹਿੰਦੇ ਨੇ ਹੁਕਮ ਜੇ ਸਮਝ ਆਏਗੀ ਤਾਂ ਹਉਮੈ ਜਾਏਗੀ। ਇਹਨੂੰ ਸੀਕੁਐਂਸ ਨੂੰ ਸਮਝੀਏ ਥੋੜਾ ਜਿਹਾ। ਹੁਕਮ ਦੀ ਸੋਝੀ ਆਏਗੀ ਤਾਂ ਹਉਮੈ ਜਾਏਗੀ, ਹਉਮੈ ਜਾਏਗੀ ਤੇ ਨਾਮ ਅੰਦਰ ਵਸੇਗਾ। ਇੱਕ ਪ੍ਰੋਸੈਸ ਹੋ ਗਿਆ ਨਾ ਸਾਡੇ ਸਾਹਮਣੇ, ਤਿੰਨ ਸਟੇਜ ਖੜੀਆਂ ਹੋ ਗਈਆਂ, ਹੁਕਮ, ਹਉਮੈ ਤੇ ਨਾਮ। ਤੇ ਗੁਰੂ ਸਾਹਿਬ ਕਹਿੰਦੇ ਨੇ ਨਾਮ ਤੋਂ ਬਿਨਾ ਜੀਵਨ ਹੀ ਬੇਕਾਰ ਹੈ, ਜੀਵਨ ਦਾ ਕੋਈ ਮਕਸਦ ਨਹੀਂ ਰਹਿ ਜਾਂਦਾ। ਤੇ ਹੁਣ ਇਹਨੂੰ ਅਸੀਂ ਵਿਚਾਰ ਕਰੀਏ ਕਿ ਹੁਕਮ ਸਮਝ ਕਿਸ ਤਰ੍ਹਾਂ ਆਵੇ, ਹੁਕਮ ਕੀ ਹੈ। ਦੇਖੋ ਹੁਕਮ ਨੂੰ ਇਹ ਸਮਝਾਂਗੇ, ਇੱਕ ਤੇ ਕੁਦਰਤ ਦੇ ਵਿੱਚ ਇੱਕ ਕਾਨੂੰਨ ਚੱਲ ਰਿਹਾ ਹੈ। ਤੁਸੀਂ ਦੇਖ ਰਹੇ ਕਿ ਨੇਚਰ, ਨੈਚੁਰਲ ਜਿਹਨੂੰ ਕਹਿੰਦੇ ਹਾਂ ਅਸੀਂ, ਇੱਕ ਨੇਚਰ ਦਾ ਇੱਕ ਕਾਨੂੰਨ ਹੈ ਜਿਹਨੂੰ ਅਸੀਂ ਬਦਲ ਨਹੀਂ ਸਕਦੇ। ਕੁਦਰਤ ਦੇ ਵਿੱਚ ਆਪਣਾ ਇੱਕ ਪ੍ਰੋਸੈਸ ਚੱਲਦਾ ਹੈ ਜਿਹਦੇ ਨਾਲ ਕੁਦਰਤ ਚੱਲਦੀ ਹੈ। ਬੀਜ ਬੋਨੇ ਆ, ਉਹਨੂੰ ਧਰਤੀ ਚਾਹੀਦੀ ਹੈ, ਧਰਤੀ ਮਿਲਦੀ ਹੈ ਤੇ ਪਾਣੀ ਚਾਹੀਦਾ ਹੈ, ਪਾਣੀ ਮਿਲਦਾ ਤੇ ਪੌਦਾ ਬਣਦਾ ਹੈ, ਪੌਦਾ ਵੱਡਾ ਹੁੰਦਾ ਹੈ ਤੇ ਉਹਦੇ ਬਾਅਦ ਉਹਨੂੰ ਧੁੱਪ ਚਾਹੀਦੀ, ਪੌਦੇ ਨੂੰ ਧੁੱਪ ਵੀ ਚਾਹੀਦੀ ਹੈ, ਧੁੱਪ ਮਿਲਦੀ ਹੈ ਤਾਂ ਫਿਰ ਉਹਨੂੰ ਫਲ ਤੇ ਫੁੱਲ ਲੱਗਦੇ ਨੇ। ਇਹਦਾ ਮਤਲਬ ਇੱਕ ਕੁਦਰਤ ਹੈ, ਇੱਕ ਨੇਚਰ ਹੈ ਜਿਹੜੀ ਕੰਮ ਕਰ ਰਹੀ ਹੈ। ਤੇ ਨੇਚਰ ਸਾਰੀ ਇੱਕ ਅਸੂਲ ਦੇ ਅੰਦਰ ਕੰਮ ਕਰਦੀ ਹੈ, ਇੱਕ ਡਿਸਪਲਿਨ 'ਚ ਕੰਮ ਕਰ ਰਹੀ ਹੈ। ਉਹ ਜਿਹੜਾ ਡਿਸਪਲਿਨ ਹੈ ਨੇਚਰ ਦੇ ਵਿੱਚ, ਲਾਅ ਆਫ ਨੇਚਰ ਚੱਲ ਰਿਹਾ ਹੈ, ਉਸ ਨੂੰ ਅਸੀਂ ਕਹਾਂਗੇ ਹੁਕਮ। ਇਹਨੂੰ ਥੋੜਾ ਹੋਰ ਖੋਲ ਕੇ ਸਮਝਣ ਦੀ ਕੋਸ਼ਿਸ਼ ਕਰੀਏ ਅਸੀਂ ਜਰਾ ਗਿਆ, ਤੇ ਸ਼ਾਇਦ ਸਾਨੂੰ ਅਸੀਂ ਨੇੜੇ ਆ ਜਾਈਏ, ਕਿਉਂਕਿ ਇਹਨੂੰ ਬਾਰ-ਬਾਰ ਵਿਚਾਰ ਕਰਾਂਗੇ ਤੇ ਆਸਤਾ-ਆਸਤਾ ਕਲੀਅਰ ਹੁੰਦੀ ਜਾਏਗੀ ਗੱਲ। ਹੁਕਮ ਦਾ ਮਤਲਬ ਅਸੀਂ ਕਈ ਵਾਰੀ ਆਰਡਰ ਲਾਉਂਦੇ ਹਾਂ, ਆਰਡਰ ਨਹੀਂ ਹੈ। ਹੁਕਮ ਦਾ ਅਰਥ ਹੈ ਲਾਅ, ਕਾਨੂੰਨ। ਜਿਸ ਤਰ੍ਹਾਂ ਅਸੀਂ ਹਿੰਦੁਸਤਾਨ 'ਚ ਰਹਿੰਦੇ ਹਾਂ, ਭਾਰਤ ਵਰਸ਼ 'ਚ ਰਹਿੰਦੇ ਹਾਂ, ਸਾਡੇ ਉੱਤੇ ਇੱਕ ਭਾਰਤ ਦਾ ਸੰਵਿਧਾਨ ਬਣਿਆ ਹੈ ਜਿਹਨੂੰ ਅਸੀਂ ਕੌਨਸਟੀਟਿਊਸ਼ਨ ਕਹਿੰਦੇ ਹਾਂ। ਉਹਦੇ ਕਾਨੂੰਨ ਸਾਡੇ ਤੇ ਲਾਗੂ ਨੇ। ਸਾਨੂੰ ਜੇ ਪਤਾ ਨੇ ਤਾਂ ਵੀ ਲਾਗੂ ਨੇ, ਜੇ ਸਾਨੂੰ ਉਹ ਕਾਨੂੰਨ ਨਹੀਂ ਪਤਾ ਤਾਂ ਵੀ ਸਾਡੇ ਤੇ ਲਾਗੂ ਨੇ। ਅਸੀਂ ਜਾਣੇ ਅਣਜਾਣੇ 'ਚ ਕਾਨੂੰਨ ਤੋੜਾਂਗੇ ਤੇ ਸਾਨੂੰ ਸਜ਼ਾ ਮਿਲਦੀ ਹੈ। ਇਹਦਾ ਮਤਲਬ ਕਾਨੂੰਨ ਇੱਕ ਚੱਲ ਰਿਹਾ ਹੈ। ਹੁਣ ਕਿਹਦਾ ਕਾਨੂੰਨ ਚੱਲ ਰਿਹਾ? ਉਹ ਸੰਵਿਧਾਨ ਹੈ, ਇੱਕ ਕੌਨਸਟੀਟਿਊਸ਼ਨ ਹੈ, ਸੰਵਿਧਾਨ ਹੈ। ਬਿਲਕੁਲ ਉਸੇ ਤਰ੍ਹਾਂ ਇੱਕ ਕੁਦਰਤ ਦੇ ਅੰਦਰ ਵੀ ਇੱਕ ਸੰਵਿਧਾਨ ਹੈ, ਇੱਕ ਲਾਅ ਆਫ ਨੇਚਰ ਹੈ, ਚੱਲ ਰਿਹਾ ਹੈ। ਉਹ ਕਿਹਦਾ ਕਾਨੂੰਨ ਚੱਲ ਰਿਹਾ? ਅਸੀਂ ਕਹਿੰਦੇ ਹਾਂ ਹਾਕਮ ਦਾ। ਜਿਸ ਮਾਲਕ ਨੇ ਕੁਦਰਤ ਬਣਾਈ ਹੈ ਉਹਦਾ ਇੱਕ ਕਾਨੂੰਨ ਹੈ, ਉਹਨੇ ਕਾਨੂੰਨ ਬਣਾ ਕੇ ਕੁਦਰਤ 'ਚ ਛੱਡ ਦਿੱਤਾ ਹੈ। ਤੇ ਉਹ ਕੁਦਰਤ ਦੇ ਵਿੱਚ ਉਹਨੇ ਛੱਡਿਆ ਕੀ ਹੈ? ਉਹਨੇ ਕਿਹਾ ਕਿ ਜੋ ਤੂੰ ਬੀਜੇਗਾ ਉਹੀ ਤੈਨੂੰ ਮਿਲੇਗਾ, ਜਿਹਾ ਬੀਜੈ ਸੋ ਲੁਣੈ ਕਰਮਾ ਸੰਦਰਵਾ ਖੇਤ। ਇਹ ਉਹਦੇ ਕਾਨੂੰਨ ਹੁਕਮ 'ਚ ਆ ਗਿਆ ਕਿ ਲਾਅ ਹੈ। ਦੇਖੋ ਜੇ ਅਸੀਂ ਬੀਜਾਂਗੇ ਉਹੀ ਸਾਨੂੰ, ਬੀਜ ਬੋਵਾਂਗੇ ਉਹ ਜਿਹੀ ਸਾਨੂੰ ਫਲ ਲੱਗੇਗਾ, ਜਿਹੜਾ ਸਾਨੂੰ ਫਲ ਲੱਗੇਗਾ ਉਹੀ ਅਸੀਂ ਖਾਵਾਂਗੇ। ਜੇ ਅਸੀਂ ਜੋ ਬੀਜਿਆ ਹੈ, ਇਸੇ ਕੁਦਰਤ ਦੇ ਕਾਨੂੰਨ 'ਚ ਇਹ ਨਹੀਂ ਹੁੰਦਾ ਕਿ ਲੋੜੇ ਦਾਖ ਬਿਜੋਰੀਆਂ ਕਿੱਕਰ ਬੀਜੇ ਜੱਟ। ਕਹਿੰਦੇ ਕਿੱਕਰ ਬੀਜ ਕੇ ਕਦੀ ਨਹੀਂ ਹੋ ਸਕਦਾ ਕਿ ਤੁਹਾਨੂੰ ਦਾਖਾਂ ਮਿੱਠੀਆਂ ਮਿੱਠੀਆਂ ਖਾਣ ਨੂੰ ਮਿਲ ਜਾਣ, ਕਿਉਂਕਿ ਕੁਦਰਤ ਦੇ ਕਾਨੂੰਨ 'ਚ ਇਹ ਨਹੀਂ ਹੈਗਾ। ਇਹ ਹੁਕਮ ਹੈ ਹੀ ਨਹੀਂ, ਇਹ ਹੋ ਹੀ ਨਹੀਂ ਸਕਦਾ। ਜਿਹੜਾ ਹੁਕਮ ਨਹੀਂ ਹੈ ਉਹ ਪੋਸੀਬਲ ਹੀ ਨਹੀਂ ਹੈ, ਉਹ ਹੁੰਦਾ ਹੀ ਨਹੀਂ ਹੈ। ਇਸ ਤਰ੍ਹਾਂ ਅਸੀਂ ਸਮਝਾਂਗਾ। ਹੁਣ ਇਹ ਸਾਡੀ ਕੁਦਰਤ ਨੂੰ ਅਸੀਂ ਦੇਖਦੇ ਹਾਂ, ਬਲਿਹਾਰੀ ਕੁਦਰਤ ਵਸਿਆ ਕਿ ਕੁਦਰਤ ਦੇ ਅੰਦਰ ਕਾਦਰ ਹੈਗਾ ਤੇ ਕਾਦਰ ਦਾ ਕਾਨੂੰਨ ਚੱਲ ਰਿਹਾ ਹੈ। ਜਿਸ ਤਰ੍ਹਾਂ ਕੁਦਰਤ ਨੂੰ ਅਸੀਂ ਬਾਹਰ ਦੇਖਦੇ ਹਾਂ ਤੇ ਸਾਨੂੰ ਸਮਝ ਆਉਂਦਾ ਹੈ ਵੀ ਇਸ ਕੁਦਰਤ ਦੇ ਵਿੱਚ ਇੱਕ ਲਾਅ ਆਫ ਨੇਚਰ ਚੱਲ ਰਿਹਾ ਹੈ, ਤੇ ਜਿਹਦਾ ਲਾਅ ਆਫ ਨੇਚਰ ਹੈ ਉਹ ਬਲਿਹਾਰੀ ਹੈ। ਉਸਦੇ ਬਲਿਹਾਰ ਜਾਂਦੇ ਆ ਜਦੋਂ ਅਸੀਂ ਕੁਦਰਤ ਨੂੰ ਦੇਖਦੇ ਹਾਂ, ਨੇਚਰ ਨੂੰ ਦੇਖਦੇ ਹਾਂ। ਹੁਣ ਇਸ ਨੇਚਰ ਨੂੰ ਦੇਖ ਕੇ ਅਸੀਂ ਆਪਣੇ ਆਪ ਦੇ ਕੋਲ ਆਈਏ, ਥੋੜੇ ਜਿਹਾ ਆਪਣੇ ਨਾਲ ਜੁੜੀਏ। ਸਾਡੇ ਉੱਤੇ ਵੀ ਇਸੇ ਤਰ੍ਹਾਂ ਜਿਸ ਤਰ੍ਹਾਂ ਸਾਰੀ ਨੇਚਰ ਦੇ ਵਿੱਚ ਕੁਦਰਤ ਦਾ ਕਾਨੂੰਨ ਕੰਮ ਕਰ ਰਿਹਾ, ਸਾਡੇ ਨਾਲ ਵੀ ਕੁਦਰਤ ਦਾ ਕਾਨੂੰਨ ਕੰਮ ਕਰ ਰਿਹਾ ਹੈ। ਅਸੀਂ ਵੀ ਹੁਕਮ ਦੇ ਅੰਦਰ ਹਾਂ। ਨਾਨਕ ਹੁਕਮੇ ਅੰਦਰ ਕਹਿੰਦੇ ਨਾ, ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਅਸੀਂ ਹੁਕਮ ਤੋਂ ਬਾਹਰ ਜਾ ਹੀ ਨਹੀਂ ਸਕਦੇ। ਜਿਉਂ ਵੀ ਅਸੀਂ ਹੁਕਮ ਤੋਂ ਬਾਹਰ ਮੰਨ ਲਓ ਜਾਂਦੇ ਹਾਂ, ਕੋਸ਼ਿਸ਼ ਕਰਾਂਗੇ, ਉਹ ਅਸੀਂ ਕਰ ਨਹੀਂ ਸਕਦੇ, ਕਿਉਂਕਿ ਅਸੀਂ ਕਿੱਕਰ ਦੇ ਬੀਜ ਤੋਂ ਦਾਖਾਂ ਪੈਦਾ ਨਹੀਂ ਕਰ ਸਕਦੇ। ਐਂ ਕਹਿ ਲਈਏ ਕਿ ਕਣਕ ਦਾ ਬੀਜ ਬੋਈਏ ਤੇ ਉਹਦੇ ਚੋਂ ਗੰਨਾ ਪੈਦਾ ਨਹੀਂ ਕਰ ਸਕਦੇ, ਕਿਉਂਕਿ ਇਹ ਲਾਅ ਆਫ ਨੇਚਰ ਨਹੀਂ ਹੈ। ਉਸੇ ਤਰ੍ਹਾਂ ਸਾਡੇ ਅੰਦਰ ਜਿਹੋ ਜਿਹੇ ਅਸੀਂ ਵਿਚਾਰ ਅੰਦਰ ਆਪਣੇ ਅੰਦਰ ਨੈਗੇਟਿਵ ਥਾਟਸ ਲਿਆਉਂਦੇ ਆ, ਉਹ ਵੀ ਬੀਜ ਬੋਨੇ ਆ। ਗੁਰੂ ਸਾਹਿਬ ਜਦੋਂ ਕਹਿੰਦੇ ਨਾ, ਪਰ ਕਾ ਬੁਰਾ ਨਾ ਰਾਖੋ ਚੀਤ, ਤੁਮਕੋ ਦੁੱਖ ਨਹੀਂ ਭਾਈ ਮੀਤ। ਬਈ ਤੂੰ ਕਿਸੇ ਬਾਰੇ ਬੁਰਾ ਨਾ ਸੋਚ। ਜਿਉਂ ਹੀ ਤੂੰ ਬੁਰਾ ਸੋਚਣ ਵਾਲਾ ਬੀਜ ਆਪਣੇ ਅੰਦਰ ਬੋ ਲਿਆ ਤੇ ਤੈਨੂੰ ਦੁਖੀ ਹੋਣਾ ਹੀ ਪਏਗਾ।
ਇਹ ਕੁਦਰਤ ਦਾ ਕਾਨੂੰਨ ਹੈ, ਇਹ ਹੁਕਮ 'ਚ ਹੈ, ਇਹ ਤੈਨੂੰ ਵੱਢਣਾ ਹੀ ਪੈਣਾ ਕਿ ਜੋ ਤੂੰ ਬੀਜ ਬੋਇਆ। ਤੇ ਗੁਰਮਤ ਸਾਨੂੰ ਇਸੇ ਤਰ੍ਹਾਂ ਇੱਕ ਪੁਆਇੰਟ ਜਿਹਾ ਇੱਕ ਐਗਜ਼ਾਮਪਲ ਦਿੱਤਾ ਹੁਕਮ ਦਾ, ਤੇ ਸਾਡੇ ਨਾਲ ਉਹੀ ਕੁਝ ਹੋ ਰਿਹਾ ਹੈ ਜੋ ਹੁਕਮ 'ਚ ਹੈ। ਅਸੀਂ ਸਿਰਫ ਕੀ ਹੈ ਕਿ ਅਸੀਂ ਜਦੋਂ ਬੀਜ ਬੋ ਰਹੇ ਹਾਂ ਉਹਦਾ ਸਾਨੂੰ ਗਿਆਨ ਨਹੀਂ ਹੈ। ਅਸੀਂ ਬੀਜ ਬੁਣ ਵੇਲੇ ਅਣਜਾਣੇਪਨ ਖਾਣਾ ਤੇ ਅਸੀਂ ਦਾਖਾਂ ਹੀ ਚਾਹੁੰਦੇ ਹਾਂ ਮਿੱਠੀਆਂ ਮਿੱਠੀਆਂ, ਪਰ ਅਣਜਾਣੇਪਨ 'ਚ ਕਿਉਂਕਿ ਸਾਨੂੰ ਹੁਕਮ ਸਮਝ ਨਹੀਂ ਆਇਆ ਆ, ਅਸੀਂ ਕਿੱਕਰ ਬੀਜ ਦਿੰਦੇ ਹਾਂ ਤੇ ਕਿੱਕਰ ਨੂੰ ਪਾਲਦੇ ਰਹਿੰਦੇ ਹਾਂ, ਉਹਦੀ ਸੇਵਾ ਕਰਦੇ ਰਹਿੰਦੇ ਹਾਂ ਤੇ ਇਹ ਸੋਚਦੇ ਹਾਂ ਕਿ ਕਿੱਕਰ ਜਦੋਂ ਵੱਡਾ ਹੋ ਜਾਏਗਾ ਤੇ ਇਹਨੂੰ ਦਾਖਾਂ ਲੱਗਣਗੀਆਂ। ਇਹ ਸਾਨੂੰ ਭਰਮ ਹੈ, ਗੁਰੂ ਸਾਹਿਬ ਇਹਨੂੰ ਭਰਮ ਕਹਿੰਦੇ ਨੇ। ਇਨ ਸ਼ਾਰਟ 'ਚ ਸਮਝ ਕਰੀਏ। ਅੱਛਾ, ਕਿਸੇ ਵੀਰ ਔਰ ਭੈਣ ਦਾ ਕੋਈ ਸਵਾਲ ਹੋਵੇ ਤੇ ਨਾਲ ਦੇ ਨਾਲ ਕਰ ਲੈਣਾ, ਕੋਈ ਗੱਲ ਨਹੀਂ। ਵੀ ਨਹੀਂ ਸਮਝ ਆ ਰਹੀ ਗੱਲ ਤੇ ਅਸੀਂ ਜ਼ਿਆਦਾ ਲੰਬੀ ਨਾ ਕਰਕੇ ਨਾ ਗੱਲ ਨੂੰ ਸ਼ਾਰਟ ਕਰ ਲਾਂਗੇ। ਹਾਂਜੀ, ਸਮਝ ਆ ਰਹੀ ਜੀ ਗੱਲ ਨੇੜੇ ਨੇੜੇ ਸਾਰਿਆਂ ਨੂੰ? ਹੈਲੋ, ਠੀਕ ਹੈ ਜੀ, ਬਹੁਤ ਵਧੀਆ ਚੱਲ ਰਿਹਾ। ਹਾਂਜੀ ਅੱਛਾ ਜੀ, ਆ ਰਹੀ ਹੈ ਜੀ, ਆ ਰਹੀ ਹੈ, ਸਮਝ ਆ ਰਹੀ ਹੈ ਭਾਈ ਸਾਹਿਬ। ਹਾਂਜੀ ਠੀਕ ਹੈ ਜੀ, ਠੀਕ ਹੈ ਜੀ। ਬਹੁਤ ਹੁਣ ਅਸੀਂ ਵਧੀਆ ਸਮਝ ਆ ਰਹੀ ਹੈ ਬਾਬਾ। ਠੀਕ ਹੈ ਜੀ। ਤੇ ਹੁਣ ਗੁਰੂ ਸਾਹਿਬ ਸਾਨੂੰ ਚਾਹੁੰਦੇ ਕਿ ਉਹ ਸਾਨੂੰ ਇਹ ਦੱਸਣਾ ਚਾਹ ਰਹੇ, ਤੂੰ ਹੁਕਮ ਨੂੰ ਸਮਝ ਲੈ। ਉਹ ਹੁਕਮ ਨਾਨਕ ਲਿਖਿਆ ਨਾਲ, ਜਿਹੜਾ ਹੁਕਮ ਤੇਰੇ ਅੰਦਰ ਵੀ ਲਿਖਿਆ ਪਿਆ, ਮਤਲਬ ਅਸੀਂ ਵੀ ਉਸ ਹੁਕਮ ਦੇ ਗੁਲਾਮ ਆ। ਸਾਡੇ ਉੱਤੇ ਵੀ, ਸਾਡੇ ਸਰੀਰ ਤੇ, ਸਾਡੇ ਜੀਵਨ ਤੇ ਉਹ ਹੁਕਮ ਲਾਗੂ ਹੈ, ਕੰਮ ਕਰ ਰਿਹਾ ਹੈ। ਭਾਵੇਂ ਸਾਨੂੰ ਨਹੀਂ ਪਤਾ, ਅਸੀਂ ਹੁਕਮ ਨੂੰ ਨਹੀਂ ਜਾਣਦੇ, ਤਾਂ ਵੀ ਅਸੀਂ ਹੁਕਮ ਦੇ ਅੰਦਰ ਹੀ ਹਾਂ, ਪਰ ਸਾਨੂੰ ਇਹ ਸੋਝੀ ਨਹੀਂ ਹੈ। ਤੇ ਅਸੀਂ ਕੀ ਕਰਦੇ ਹਾਂ, ਅਗਿਆਨਤਾ ਵਸ਼ ਉਹ ਕੰਮ ਸਾਡੇ ਕੋਲ ਹੁੰਦੇ ਨੇ ਜਿਹੜੇ ਹੁਕਮ 'ਚ ਨਹੀਂ ਨੇ। ਜਿਸ ਤਰ੍ਹਾਂ ਮੈਂ ਪਹਿਲੇ ਕਿਹਾ ਕਿ ਅਸੀਂ ਹੁਕਮ ਤੋਂ ਬਾਹਰ ਨਹੀਂ ਜਾ ਸਕਦੇ। ਅਸੀਂ ਦਾਖਾਂ ਖਾਣੀਆਂ ਨੇ ਤੇ ਕਿੱਕਰ ਬੀਜ ਕੇ ਦਾਖਾਂ ਨਹੀਂ ਲੈ ਸਕਦੇ। ਇਹ ਸਾਨੂੰ ਬੁੱਝਣਾ ਹੈ। ਅਸੀਂ ਇਸੇ ਤਰ੍ਹਾਂ ਜਿਸ ਤਰ੍ਹਾਂ ਇਹ ਸਮਝਿਆ ਕਿ ਨਹੀਂ, ਦਾਖਾਂ ਖਾਣੀਆਂ ਤੇ ਦਾਖਾਂ ਬੀਜਣੀਆਂ ਪੈਣਗੀਆਂ, ਕਿੱਕਰ ਬੀਜਾਂਗੇ ਤੇ ਕਿੱਕਰ ਦਾ ਹੀ ਫਲ ਲੱਗੇਗਾ। ਜੇ ਆ ਬੀਜਾਂਗੇ ਉਹੀ ਸਾਨੂੰ ਮਿਲਣਾ ਹੈ। ਹੁਣ ਗੁਰੂ ਸਾਹਿਬ ਕੀ ਚਾਹੁੰਦੇ ਨੇ ਕਿ ਸਾਡੇ ਅੰਦਰ ਨਾ ਭਰਮ ਬੜਾ, ਅਗਿਆਨਤਾ ਬਹੁਤ ਹੈ ਸਾਡੇ ਅੰਦਰ। ਅਸੀਂ ਅਗਿਆਨਤਾ ਵਸ ਆਪਣੇ ਜੀਵਨ ਨੂੰ ਬਿਲਕੁਲ ਨਾ ਭਰਮਾਂ 'ਚ ਪਾ ਕੇ, ਅਗਿਆਨਤਾ 'ਚ ਹੋ ਕੇ, ਭਰਮ ਕਰਕੇ ਗਲਤੀ ਕੀ ਕਰ ਰਹੇ ਹਾਂ, ਅਸੀਂ ਉਹਨਾਂ ਚੀਜ਼ਾਂ 'ਚੋਂ ਸੁੱਖ ਲੱਭ ਰਹੇ ਹਾਂ ਜਿਹੜੀਆਂ ਦੁੱਖ ਦਿੰਦੀਆਂ ਨੇ। ਅਸੀਂ ਸਮਝ ਕੇ ਇਹ ਬੈਠੇ ਸੀ ਕਿ ਅਸੀਂ ਬਹੁਤ ਸਾਰਾ, ਜਿਸ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਨੇ ਸੁੱਖ ਦੀ ਗੱਲ ਲੈ ਲਈਏ, ਹੁਕਮ ਦੇ ਵਿੱਚ ਸੁੱਖ ਔਰ ਦੁੱਖ ਕੌਣ ਹੈ, ਸੁੱਖ ਔਰ ਦੁੱਖ ਜੀਵਨ ਦਾ ਕੀ ਹੈ, ਅਸੀਂ ਇਹਨੂੰ ਸਮਝ ਲਾਂਗੇ ਤਾਂ ਹੁਕਮ ਵੀ ਨਾਲ ਸਮਝ ਆਇਆ ਕਿ ਹੁਕਮ ਦੇ ਅੰਦਰ ਹੀ ਹੈ ਦੁੱਖ ਔਰ ਸੁੱਖ। ਪਰ ਸਵਾਲ ਇਹ ਹੈ ਕਿ ਅਸੀਂ ਦੁਖੀ ਸਾਨੂੰ ਕੌਣ ਕਰਦਾ ਤੇ ਸੁਖੀ ਅਸੀਂ ਕਿਸ ਤਰ੍ਹਾਂ ਰਹਿ ਸਕਦੇ ਹਾਂ। ਅਸੀਂ ਸਾਰੇ ਚਾਹੁੰਦੇ ਹਾਂ ਅਸੀਂ ਸੁਖੀ ਰਹੀਏ, ਆਨੰਦ 'ਚ ਰਹੀਏ, ਪਰ ਅਸੀਂ ਰਹਿ ਨਹੀਂ ਪਾ ਰਹੇ ਕਿਉਂਕਿ ਸਾਨੂੰ ਇਹ ਨਹੀਂ ਪਤਾ ਕਿ ਸੁੱਖ ਕਿਸ ਤਰ੍ਹਾਂ ਆਉਂਦਾ ਹੈ। ਗੁਰੂ ਸਾਹਿਬ ਕਹਿੰਦੇ ਪਰ ਕਾ ਬੁਰਾ ਨਾ ਰਾਖੋ ਚੀਤ, ਤੁਮਕੋ ਦੁੱਖ ਨਹੀਂ ਭਾਈ ਉਮੀਦ। ਇੱਕ ਸਾਨੂੰ ਫਾਰਮੂਲਾ ਸਮਝਾਤਾ ਛੋਟਾ ਜਿਹਾ ਕਿ ਦੇਖ, ਜੇ ਤੂੰ ਕਿਸੇ ਦਾ ਬੁਰਾ ਚਿਤਵੇਂਗਾ, ਤੇਰੇ ਚਿੱਤ ਦੇ ਅੰਦਰ ਕਿਸੇ ਦੇ ਪ੍ਰਤੀ ਬੁਰੇ ਵਿਚਾਰ ਆਉਣਗੇ। ਬੁਰੇ ਵਿਚਾਰ ਦਾ ਮਤਲਬ ਹੈ ਤੂੰ ਕਿਸੇ ਦਾ ਨੁਕਸਾਨ ਕਰਨਾ ਚਾਹੁੰਦਾ ਹੈ, ਕਿਸੇ ਦੇ ਬਾਰੇ ਨੈਗੇਟਿਵ ਸੋਚਣਾ ਹੈ, ਕਿਸੇ ਨੂੰ ਬਰਬਾਦ ਕਰਨਾ ਚਾਹੁੰਦਾ ਹੈ, ਕਿਸੇ ਦੇ ਦੁੱਖਾਂ ਨੂੰ ਤੂੰ ਦੇਖ ਕੇ ਖੁਸ਼ ਹੋਣਾ ਚਾਹੁੰਦਾ ਹੈ, ਕਿਸੇ ਦਾ ਨੁਕਸਾਨ ਕਰਕੇ ਤੈਨੂੰ ਖੁਸ਼ੀ ਮਿਲਦੀ ਹੈ, ਤੇ ਸਮਝ ਲਈ ਤੂੰ ਵੀ ਸੁਖੀ ਨਹੀਂ ਰਹਿ ਸਕਦਾ ਕਦੀ ਵੀ, ਕਿਉਂਕਿ ਤੂੰ ਨਫ਼ਰਤ ਦਾ ਬੀਜ ਆਪਣੇ ਅੰਦਰ ਬੋਲਿਆ, ਤੂੰ ਵੈਰ ਵਿਰੋਧ ਦਾ ਬੀਜ ਆਪਣੇ ਅੰਦਰ ਬੋਲਿਆ, ਬੁਰੇ ਵਿਚਾਰ ਤੂੰ ਆਪਣੇ ਅੰਦਰ ਉਹਨਾਂ ਦਾ ਬੀਜ ਬੋਲਿਆ। ਹੁਣ ਜੋ ਤੂੰ ਅੰਦਰ ਬੋਇਆ ਹੈ ਇਹ ਤਾਂ ਤੂੰ ਆਪਣੇ ਹੱਥ ਨਾਲ ਬੋਇਆ ਹੈ, ਤੇ ਤੂੰ ਜੋ ਬੋਇਆ ਵੇ ਤੂੰ ਉਹੀ ਵੱਢੇਗਾ। ਇਹ ਮੇਰੇ ਲਾਅ ਆਫ ਨੇਚਰ 'ਚ ਹੈ। ਇਹਦਾ ਮਤਲਬ ਪਰਮਾਤਮਾ ਸਾਨੂੰ ਦੁਖੀ ਸੁਖੀ ਨਹੀਂ ਕਰ ਰਿਹਾ। ਪਰਮਾਤਮਾ ਨੇ ਸਾਨੂੰ ਕਾਨੂੰਨ ਚਲਾਇਆ ਹੈ। ਉਹ ਕਹਿੰਦੇ ਤੂੰ ਕਾਨੂੰਨ ਸਮਝ, ਕਾਨੂੰਨ 'ਚ ਚੱਲ ਤੇ ਸੁਖੀ ਰਹੇਗਾ, ਕਾਨੂੰਨ ਤੋੜੇਗਾ ਤੇ ਦੁਖੀ ਰਹੇਗਾ। ਇਹਦਾ ਮਤਲਬ ਸਾਨੂੰ ਸੰਵਿਧਾਨ ਸਜ਼ਾ ਨਹੀਂ ਦੇ ਰਿਹਾ। ਅਸਲ ਦੇ ਵਿੱਚ ਅਸੀਂ ਸੰਵਿਧਾਨ ਤੋਂ, ਹੁਕਮ ਤੋਂ ਅਗੇਂਸਟ ਜਾਂਦੇ ਹਾਂ, ਫਿਰ ਸਾਨੂੰ ਸਜ਼ਾ ਮਿਲਦੀ ਹੈ ਜਦੋਂ ਅਸੀਂ ਕਾਨੂੰਨ ਤੋੜਦੇ ਹਾਂ। ਇਸ ਕਰਕੇ ਹੁਣ ਅਸੀਂ ਗੁਰੂ ਸਾਹਿਬ ਸਾਨੂੰ ਕੁਦਰਤ ਦਾ ਕਾਨੂੰਨ ਹੀ ਸਮਝਾ ਰਹੇ। ਦੇਖ ਵੀ ਇਹ ਸਾਰਾ ਸੰਸਾਰ, ਕੁਦਰਤ ਕਿਸ ਤਰ੍ਹਾਂ ਚੱਲਦੀ ਹੈ, ਬਾਹਰੋਂ ਦੇਖ ਲੈ, ਉਹਨੂੰ ਦੇਖ ਕੇ ਤੂੰ ਆਪਣੇ ਅੰਦਰ ਦੇਖ। ਹੁਣ ਤੇਰੇ ਅੰਦਰ ਦੀ ਬਾਇਓਲੋਜੀ, ਮੇਰੇ ਅੰਦਰ ਸਰੀਰ ਦੇ ਅੰਦਰ ਵੀ ਉਸੇ ਤਰ੍ਹਾਂ ਇੱਕ ਕਾਨੂੰਨ ਚੱਲ ਰਿਹਾ ਹੈ। ਉਸ ਕਾਨੂੰਨ ਨੂੰ ਸਮਝਣਾ ਅਸੀਂ ਦੁੱਖ ਔਰ ਸੁੱਖ ਚਾਹੁੰਦੇ ਹਾਂ, ਤੇ ਸੁੱਖ ਚਾਹੁੰਦੇ ਹਾਂ ਪਰ ਅੰਦਰ ਬੀਜ ਬੋ ਰਿਹਾ ਨਫ਼ਰਤ ਦਾ। ਤੇ ਗੁਰੂ ਸਾਹਿਬ ਕਹਿੰਦੇ ਨਹੀਂ, ਤੂੰ ਸੁਖੀ ਹੋਣਾ ਚਾਹੁੰਦਾ ਹੈ, ਫਿਰ ਇੱਕ ਕੰਮ ਕਰ, ਪਰ ਕਾ ਬੁਰਾ ਨਾ ਰਾਖੋ ਚੀਤ। ਤੂੰ ਆਪਣੇ ਚੇਤੇ ਦੇ ਅੰਦਰ, ਆਪਣੀ ਯਾਦਾਂ ਦੇ ਅੰਦਰ, ਆਪਣੇ ਵਿਚਾਰਾਂ ਦੇ ਅੰਦਰ, ਆਪਣੀ ਸੋਚ ਦੇ ਅੰਦਰ ਕਿਸੇ ਦੇ ਬਾਰੇ ਬੁਰਾ ਵਿਚਾਰ ਨਹੀਂ ਆਉਣ ਦੇਣਾ, ਨੈਗੇਟਿਵ ਨਹੀਂ ਆਉਣ ਦੇਣਾ, ਕਿਸੇ ਦੇ ਬਾਰੇ ਬੁਰਾ ਨਹੀਂ ਸੋਚਣਾ। ਬਲਕਿ ਗੁਰਬਾਣੀ ਤੋਂ ਇਸ ਤੇ ਵੀ ਅੱਗੇ ਜਾਂਦੀ ਹੈ, ਕਹਿੰਦੇ ਫਾਇਦਾ ਬੁਰੇ ਦਾ ਭਲਾ ਕਰ। ਬਲਕਿ ਤੇਰੇ ਕੋਈ ਦੁਸ਼ਮਣ ਵੀ ਤੇਰੇ ਕੋਲ ਮਦਦ ਲੈਣ ਆ ਜਾਵੇ, ਤੂੰ ਉਹਦੀ ਮਦਦ ਕਰ ਸਕਦਾ ਹੈ, ਤੇ ਤੂੰ ਉਹਦੀ ਮਦਦ ਕਰ, ਨਾ ਕਿ ਬਦਲੇ ਦੀ ਭਾਵਨਾ ਰੱਖ ਕਿ ਆਇਆ ਹੁਣ ਮੇਰੇ ਕੋਲ, ਮੇਰੀ ਜੜ ਥੱਲੇ ਆਇਆ, ਇਹਨੂੰ ਮੈਂ ਚਬਾ ਜਾਵਾਂ। ਇਹ ਭਾਵਨਾ ਗੁਰਮਤ ਨਹੀਂ ਸਾਨੂੰ ਸਿਖਾਉਂਦੀ। ਬਦਲੇ ਦੀ ਭਾਵਨਾ ਸਾਡੀ ਗੁਰਮਤ ਸਾਨੂੰ ਬਿਲਕੁਲ ਨਹੀਂ ਸਮਝਾਉਂਦੀ। ਅਸੀਂ ਬਿਲਕੁਲ ਬਦਲੇ ਦੀ ਜ਼ਿੰਦਗੀ 'ਚ ਨਹੀਂ ਜਿੰਦੇ।
ਤਦ ਤੋਂ ਗੁਰੂ ਸਾਹਿਬ ਨੇ ਕਿਹਾ ਤੂੰ ਬਲਕਿ ਮਾਫ ਕਰ, ਖਿਮਾ ਕਰ, ਖਿਮਾ ਕਰ। ਜਿੱਥੇ ਖਿਮਾ ਹੈਗਾ, ਜਿੱਥੇ ਮਾਫ ਕਰਨਾ ਹੈਗਾ, ਉੱਥੇ ਹੀ ਪਰਮਾਤਮਾ ਆ ਵਸਦਾ ਹੈ। ਜਹਾਂ ਖਿਮਾ ਤਹ ਆਪ। ਗੁਰੂ ਸਾਹਿਬ ਕਹਿੰਦੇ ਨੇ ਗੁਰਬਾਣੀ 'ਚ, ਜਹਾਂ ਗਿਆਨ ਤਹ ਧਰਮ ਹੈ। ਗੁਰੂ ਸਾਹਿਬ ਨੇ ਧਰਮ ਤੋਂ ਪਹਿਲੇ ਗਿਆਨ ਦੀ ਲੋੜ ਹੈ। ਜਿੱਥੇ ਗਿਆਨ ਹੁੰਦਾ ਉੱਥੇ ਹੀ ਧਰਮ ਹੁੰਦਾ ਹੈ। ਜਹਾਂ ਝੂਠ ਤਹ ਪਾਪ। ਝੂਠ ਦਾ ਮਤਲਬ ਹੈ ਅਗਿਆਨਤਾ। ਜਿੱਥੇ ਅਗਿਆਨਤਾ ਹੈ ਉਹੀ ਪਾਪ ਕਰਦਾ ਹੈ। ਪਾਪ ਕੀ ਕਰਦਾ ਹੈ? ਉਹ ਕੰਮ ਕਰ ਲੈਂਦਾ ਹੈ ਜਿਹੜੇ ਉਹਨੂੰ ਨੁਕਸਾਨ ਪਹੁੰਚਾਉਂਦੇ ਨੇ। ਉਹ ਕਿਉਂ ਕਰਦਾ ਹੈ? ਅਗਿਆਨਤਾ ਕਰਕੇ। ਝੂਠ ਨੂੰ ਸੱਚ ਮੰਨ ਬੈਠਾ ਹੈ। ਤੇ ਇੱਥੇ ਗੁਰੂ ਸਾਹਿਬ ਤੋਂ ਸਾਨੂੰ ਇਹੀ ਸਿੱਖਿਆ ਮਿਲ ਰਹੀ ਹੈ ਸਾਰੀ ਸਮਝਣ ਵਾਸਤੇ, ਕਿ ਅਸੀਂ ਦੇਖਦੇ ਹਾਂ ਅਸੀਂ ਆਪਣੇ ਜੀਵਨ ਨੂੰ ਕਿਸ ਤਰ੍ਹਾਂ ਸੁਖੀ ਕਰ ਸਕਦੇ ਹਾਂ, ਆਪਣੇ ਆਪ ਨੂੰ ਕਿਸ ਤਰ੍ਹਾਂ ਆਨੰਦ ਦੀ ਅਵਸਥਾ ਤੱਕ ਪਹੁੰਚਾ ਸਕਦੇ ਹਾਂ। ਉਹੀ ਸਾਰੀਆਂ ਗੱਲਾਂ ਗੁਰੂ ਸਾਹਿਬ ਹੌਲੀ ਹੌਲੀ ਸਾਨੂੰ ਇੱਕ ਇੱਕ ਪੁਆਇੰਟ ਕਰਕੇ ਸਮਝਾਉਂਦੇ ਚਲੇ ਜਾਂਦੇ ਨੇ। ਦੇਖ ਵੀ ਤੂੰ ਸੁਖੀ ਹੋਣਾ ਚਾਹੁੰਦਾ ਤੇ ਕਿਸੇ ਦਾ ਬੁਰਾ ਨਾ ਸੋਚ, ਕਿਸੇ ਦੇ ਬਾਰੇ ਬੁਰੇ ਵਿਚਾਰ ਨਾ ਰੱਖ। ਹਾਂਜੀ, ਕਿਸੇ ਦਾ ਕੋਈ ਸਵਾਲ ਹੋਵੇ ਤੇ ਕਰ। ਕੋਈ ਜ਼ਿਆਦਾ ਪੁਆਇੰਟ ਖੋਲਾਂਗੇ ਤੇ ਫਿਰ ਇਹ ਭੁੱਲ ਜਾਏਗਾ। ਇਸ ਕਰਕੇ ਜ਼ਿਆਦਾ ਖਿਲਾਰਾ ਨਹੀਂ ਪਾਉਂਦੇ। ਹਾਂ, ਇਹਦੇ ਬਾਰੇ ਕੋਈ ਸਵਾਲ ਕਰਨਾ ਚਾਹਵੇ, ਸਮਝਣਾ ਚਾਹਵੇ, ਤੇ ਕੋਈ ਵੀਰ ਭੈਣ ਮੇਰੀ ਗੱਲ ਕਰ ਸਕਦੇ। ਹਾਂਜੀ, ਇਹ ਡਿਊਟੀ ਆਪਾਂ ਕਰਦੇ ਹਾਂ ਜੀ, ਆਪਣਾ ਚਾਹੇ ਕੋਈ ਆਪਣੀ ਨੌਕਰੀ ਕਰਦੇ ਨੇ, ਕੁਝ ਵੀ ਕਰਦੇ ਹਾਂ ਆਪਾਂ। ਕਿਸੇ ਨੂੰ ਕੋਈ ਬੰਦਾ ਆਪਣਾ ਕੰਮ ਨਹੀਂ ਕਰਦਾ, ਡਿਊਟੀ ਨਹੀਂ ਕਰਦਾ ਸਹੀ ਤਰੀਕੇ ਨਾਲ, ਜੇ ਉਹਨੂੰ ਅਸੀਂ ਕਹੀਏ ਫਿਰ ਉਹ ਬੰਦਾ ਸਾਡੇ ਨਾਲ ਲੜੇ। ਠੀਕ ਹੈ ਨਾ ਜੀ। ਆਪਾਂ ਤਾਂ ਜੇ ਆਪਾਂ ਬੁਰਾ ਤਾਂ ਨਹੀਂ ਰੱਖਿਆ ਜਿੱਤ 'ਚ, ਪਰ ਉਹ ਬੰਦਾ ਜਦੋਂ ਕੋਈ ਕੰਮ ਹੀ ਨਹੀਂ ਕਰਦਾ ਫਿਰ ਉਹਦੇ ਬਾਰੇ ਕੁਝ ਕੀਤਾ ਜਾਂ ਕੋਈ ਬੰਦਾ ਕਿਸੇ ਨਾਲ ਕੋਈ ਧੱਕਾ ਕਰਦਾ। ਠੀਕ ਹੈ ਜੀ। ਮਤਲਬ ਕੋਈ ਆਪਾਂ ਗੁਆਂਢੀ ਨਾਲ ਕੋਈ ਲੜ ਪਿਆ, ਉਹ ਨਹੀਂ ਚਾਹੁੰਦਾ ਉਹਦਾ ਬੁਰਾ ਕਰਨਾ, ਪਰ ਉਹ ਬੰਦਾ ਉਹਨੂੰ ਪਰੇਸ਼ਾਨ ਕਰਦਾ। ਜੇ ਉਹ ਕੁਝ ਵੀ ਕਰਦਾ ਫਿਰ ਗੱਲ ਵੱਧਦੀ ਆ। ਉਸ ਵਿੱਚ ਫਿਰ ਆਪਾਂ ਨੂੰ ਇਹ ਕੀ ਹੋਣਾ ਚਾਹੀਦਾ ਵੀ ਮਤਲਬ ਕਿੱਦਾਂ ਹੋਵੇ ਵੀ ਆਪਾਂ ਕੀ ਕਰੀਏ ਜਿਹਦੇ ਨਾਲ ਆਪਾਂ ਸਹੀ ਰਹੀਏ ਤੇ ਉਹ ਬੰਦਾ ਵੀ ਸਮਝ ਜਾਵੇ। ਥੋੜੀ ਜਿਹੀ ਬਸ ਇੰਨੀ ਗੱਲ ਸੀ। ਅੱਛਾ। ਦੇਖੋ, ਇਹਦੇ ਵਾਸਤੇ ਨਾ ਸਾਡੀ ਆਪਣੀ ਜਿਹੜੀ ਪੋਜੀਸ਼ਨ ਹੈ ਨਾ, ਆਪਣੀ ਇੰਡੀਵਿਜੂਅਲ ਦੀ, ਉਹ ਪਹਿਲੇ ਬੜੀ ਸਟਰੋਂਗ ਹੋਣੀ ਚਾਹੀਦੀ ਹੈ। ਅਸੀਂ ਇੰਨੇ ਪਾਕ ਸਾਫ਼ ਹੋਈਏ, ਅਸੀਂ ਇੰਨੇ ਸੱਚੇ ਸੁੱਚੇ ਹੋਈਏ, ਬਿਲਕੁਲ ਪਾਕ ਸਾਫ਼ ਹੋਈਏ ਕਿ ਸਾਡੇ ਤੋਂ ਕੋਈ ਉਂਗਲੀ ਚੁੱਕਣ ਦਾ ਕਿਸੇ ਨੂੰ ਮੌਕਾ ਨਾ ਮਿਲੇ। ਇਹ ਪਹਿਲੀ ਕੰਡੀਸ਼ਨ ਹੈ। ਬਿਲਕੁਲ ਠੀਕ ਹੈ ਵੀ ਆਪਣੇ 'ਚ ਵੀ ਨੁਕਸ ਹੁੰਦੇ ਆ। ਬਿਲਕੁਲ ਸਹੀ ਹੈ। ਕਿਉਂਕਿ ਸਾਡੇ ਅੰਦਰ ਆਪਣੀਆਂ ਕਈ ਕਮਜ਼ੋਰੀਆਂ ਹੁੰਦੀਆਂ ਨੇ। ਉਸ ਕਮਜ਼ੋਰੀਆਂ ਨੂੰ ਛੁਪਾ ਕੇ ਵੀ ਅਸੀਂ ਦੂਜੇ ਨਾਲ ਜਦੋਂ ਡੀਲ ਕਰਦੇ ਹਾਂ ਤਾਂ ਉਹ ਸਾਡੀਆਂ ਕਮਜ਼ੋਰੀਆਂ ਕੱਢਣੀਆਂ ਸ਼ੁਰੂ ਕਰਦਾ। ਅਸੀਂ ਸ਼ਰਮਿੰਦੇ ਹੋ ਜਾਂਦੇ, ਸਾਡੀ ਪਾਵਰ ਘੱਟ ਜਾਂਦੀ ਹੈ। ਜਦੋਂ ਅਸੀਂ ਪੂਰੇ ਸੱਚੇ ਸੁੱਚੇ ਹੁੰਦੇ ਹਾਂ, ਠੀਕ ਹੈ ਜੀ। ਹਾਂ, ਤੇ ਇਹਦੇ ਵਾਸਤੇ ਸਭ ਤੋਂ ਪਹਿਲੇ ਆਪਣੇ ਆਪ ਨੂੰ ਇੰਨਾ ਪਿਓਰ ਕਰ ਲਓ ਕਿ ਤੁਹਾਡੇ ਤੇ ਕੋਈ ਉਂਗਲੀ ਨਾ ਚੁੱਕ ਸਕੇ। ਉਸ ਬਾਅਦ ਜੋ ਕੁਝ ਵੀ ਕਰੋਗੇ ਪਿਆਰ ਦੇ ਨਾਲ, ਹਾਂਜੀ, ਉਹਦੇ ਬਾਅਦ ਤੁਸੀਂ ਜੋ ਵੀ ਕਰੋਗੇ ਪਿਆਰ ਦੇ ਨਾਲ, ਉਹ ਇੰਪਲੀਮੈਂਟ ਹੋਏਗਾ। ਵੀ ਆਪਣੇ ਆਪ ਨੂੰ ਕਾਫੀ ਠੀਕ ਕਰਕੇ ਫਿਰ ਆਪਾਂ ਕਰਾਂਗੇ, ਫਿਰ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਹੋਊਗੀ। ਮਤਲਬ ਇਹ ਕਾਫੀ ਵਧੀਆ ਪੁਆਇੰਟ ਹੈ। ਠੀਕ ਹੈ, ਮੈਂ ਸਮਝ ਗਿਆ ਜੀ। ਹਾਂਜੀ, ਠੀਕ ਹੈ। ਵੀ ਆਪਣਾ ਸਹੀ ਤਰੀਕੇ ਨਾਲ ਕਰੋ, ਵੀ ਪੋਜ਼ਿਟਿਵ ਮੰਨ ਕੇ ਕਰੋ। ਫਿਰ ਆਪਾਂ ਨੂੰ ਬੁਰਾ ਨਹੀਂ ਰੱਖਣਾ ਕਹਿ ਸਕਾਂਗੇ ਚਾਹੇ ਕੁਛ ਬੰਦੇ। ਠੀਕ ਹੈ ਜੀ, ਸਾਨੂੰ ਗੁਰੂ ਸਾਹਿਬ ਸਮਝਾਉਂਦੇ ਵੀ ਨੇ ਨਾ, ਕਹਿੰਦੇ ਨੇ ਨਾ, ਪ੍ਰਥਮੇ ਮਨ ਪ੍ਰਬੋਧੈ ਆਪਣਾ, ਪਾਛੇ ਅਵਰ ਰਿਝਾਵੈ। ਗੁਰੂ ਸਾਹਿਬ ਦਾ ਉਪਦੇਸ਼ ਵੀ ਨਾ ਸਾਨੂੰ ਕਿ ਤੂੰ ਪਹਿਲੇ ਆਪਣੇ ਆਪ ਨੂੰ ਠੀਕ ਕਰ। ਪ੍ਰਥਮੇ ਮਨ ਪ੍ਰਬੋਧੈ ਆਪਣਾ, ਤੂੰ ਪਹਿਲੇ ਆਪਣੇ ਮਨ ਨੂੰ ਗਿਆਨ ਦੇ, ਮਨ ਨੂੰ ਸੱਚਾ ਸੁੱਚਾ ਕਰ ਲੈ, ਫਿਰ ਕਿਸੇ ਨੂੰ ਸਮਝਾਈ। ਇਹ ਕੰਡੀਸ਼ਨ ਹੈ ਨਾ ਸਾਡੇ ਤੇ। ਤੇ ਗੁਰੂ ਦੀ ਮੱਤ ਇਹੀ ਕਿ ਸਾਨੂੰ ਕਹਿ ਰਹੀ ਹੈ, ਅਸੀਂ ਉਹਦੇ ਤੇ ਬਿਲਕੁਲ ਲਾਗੂ ਕਰੀਏ। ਬਹੁਤ ਵਧੀਆ। ਹਾਂਜੀ, ਮੈਂ ਬਿਲਕੁਲ ਸਮਝ ਗਿਆ ਜੀ, ਮੈਨੂੰ ਵਧੀਆ ਲੱਗਿਆ। ਥੈਂਕ ਯੂ। ਸ਼ੁਰੂ ਬਾਕੀ ਜਾਰੀ ਰੱਖੋ ਜੀ। ਠੀਕ ਹੈ ਜੀ। ਹਾਂਜੀ, ਕੋਈ ਹੋਰ ਰਿਲੇਟਡ ਕਿਸੇ ਦਾ ਕੁਐਸਚਨ ਹੋਵੇ ਇਹਦੇ ਬਾਬਤ ਹੀ, ਸ਼ੰਕਾ ਹੋਵੇ ਕਿਸੇ ਤਰੀਕੇ ਦਾ, ਤੇ ਸ਼ੰਕੇ ਦੀ ਇਬਾਰਤ ਕਰਦੇ ਚਲੀ ਨਾ, ਥੋੜਾ ਕਰੀਏ ਪਰ ਪਿਓਰ ਲਈਏ ਤਾਂ ਵਧੀਆ ਰਹੇਗਾ। ਜ਼ਿਆਦਾ ਗੱਲ ਵਧਾਉਣ ਦੇ ਨਾਲ ਗੱਲ ਨਾ, ਸਬਜੈਕਟ ਵੱਡਾ ਹੋ ਜਾਏਗਾ। ਅਸੀਂ ਥੋੜਾ ਇਹਨੂੰ ਕਲੀਅਰ ਕਰਦੇ ਚਲੀਏ। ਅਸੀਂ ਗੱਲ ਕਲੀਅਰ ਹੋਈ ਹੈ ਕਿ ਜਿਹਾ ਬੀਜੈ ਸੋ ਲਾਉਣੇ ਕਰਮਾ ਸਤੜਾ ਹੇਤ। ਇਹ ਹੁਕਮ 'ਚ ਹੈ, ਇਹ ਹੁਕਮ 'ਚ ਹੈ ਕਿ ਜੋ ਬੀਜਾਂਗੇ ਉਹੀ ਵੱਢਾਂਗੇ। ਇਹ ਹੁਕਮ ਹੈ ਕਰਤਾ ਹੋਇਆ। ਇਹ ਕੁਦਰਤ ਦੇ ਵਿੱਚ ਚੱਲ ਰਿਹਾ ਸਾਡੇ ਦਾ। ਉਹ ਕੁਦਰਤ ਦੇ ਹੀ ਅਸੀਂ ਹਿੱਸਾ ਵਾਂ, ਕਿਉਂਕਿ ਸਾਡਾ ਸਰੀਰ ਵੀ ਕੁਦਰਤ ਨਾਲ ਹੀ ਪੈਦਾ ਹੋਇਆ ਹੈ। ਅੰਡਜ ਜੇਰਜ ਸੇਤਜ ਤੇ ਉਤਪਤ ਚਾਰੇ ਖਾਣੀਆਂ ਚੋਂ ਅਸੀਂ ਵੀ ਇੱਕ ਖਾਣੀ ਆ, ਤੇ ਸਾਡੇ ਤੇ ਵੀ ਕੁਦਰਤ ਦਾ ਕਾਨੂੰਨ ਲਾਗੂ ਹੈ। ਤੇ ਜੇ ਕਾਨੂੰਨ ਸਾਡੇ ਤੇ ਲਾਗੂ ਹੈ ਤੇ ਸਾਨੂੰ ਕਾਨੂੰਨ ਅਗਰ ਸਮਝ ਆ ਜਾਵੇ ਤੇ ਫਿਰ ਸਾਡੇ ਕੋਲ ਇਹ ਗਲਤੀ ਨਹੀਂ ਹੋਏਗੀ ਕਿ ਅਸੀਂ ਦਾਖਾਂ ਖਾਣੀਆਂ ਨੇ ਤੇ ਕਿੱਕਰ ਨਹੀਂ ਬੀਜਾਂਗੇ ਫਿਰ ਅਸੀਂ, ਕਿਉਂਕਿ ਸਾਨੂੰ ਪਤਾ ਹੈਗਾ ਕਿੱਕਰ ਦਾ ਬੀਜ ਜਿਹੜਾ ਬੋਇਆ ਹੈ ਇਹਦੇ 'ਚ ਦਾਖਾਂ ਨਹੀਂ ਲੱਗਣੀਆਂ। ਇਹਦਾ ਮਤਲਬ ਸਾਨੂੰ ਗਿਆਨ ਹੋ ਗਿਆ। ਇਹੀ ਸਾਨੂੰ ਗਿਆਨ ਹੋਣਾ, ਸਮਝ ਆਣੀ ਹੈ ਕਿ ਕੀ ਬੀਜਣਾ। ਤੇ ਇਹਦੇ ਜਿਹੜੇ ਗੁਰੂ ਸਾਹਿਬ ਕਹਿੰਦੇ ਨੇ, ਤੂੰ ਪ੍ਰੇਮ ਦਾ ਬੀਜ ਬੋ,
जिन प्रेम कियो तिन ही प्रभ पायो। तू प्रेम ਦਾ ਬੀਜ ਬੋ, ਨਫ਼ਰਤ ਦਾ ਬੀਜ ਬਿਲਕੁਲ ਨਹੀਂ ਬੋਣਾ। ਗੁਰਮਤਿ ਸਾਨੂੰ ਨਫ਼ਰਤ ਬਿਲਕੁਲ ਕਰਨ ਤੋਂ ਵਰਜਿਤ ਕਰਦੀ ਹੈ। ਬਾਕੀ ਸਵਾਲ ਪੈਦਾ ਹੋਣਗੇ ਕਈ ਵਾਰੀ ਕਿ ਜੇ ਨਫ਼ਰਤ ਨਹੀਂ ਕਰਨੀ ਤੇ ਕੋਈ ਸਾਨੂੰ ਮਾਰਨ ਆ ਰਿਹਾ ਵਗੈਰਾ, ਇਹ ਸਿਚੁਏਸ਼ਨ ਪੈਦਾ ਹੋਏਗੀ। ਪਹਿਲੇ ਸਾਨੂੰ ਆਪਣੀ, ਜਦੋਂ ਅਸੀਂ ਪਾਕ ਸਾਫ ਹੋ ਜਾਵਾਂਗੇ, ਸਾਨੂੰ ਆਪਣੇ ਆਪ ਸਮਝ ਆਣੀ ਕਿ ਹੁਣ ਮੈਂ ਕੀ ਕਰਨਾ ਹੈ। ਸਾਡੀ ਮਾਨਸਿਕ ਅਵਸਥਾ ਇੰਨੀ ਉੱਚੀ ਹੋ ਜਾਂਦੀ ਹੈ, ਫਿਰ ਉਸ ਹਾਲਾਤ ਦੇ ਵਿੱਚ ਅਸੀਂ ਜੰਗ ਵੀ ਲੜ ਸਕਦੇ ਹਾਂ, ਕੋਈ ਪ੍ਰੋਬਲਮ ਨਹੀਂ। ਗੁਰੂ ਸਾਹਿਬਾਨ ਨੇ ਜੰਗ ਲੜੀ ਹੈ ਨਾ, ਪਰ ਕੋਈ ਬਦਲੇ ਦੀ ਭਾਵਨਾ 'ਚ ਨਹੀਂ ਲੜੇ, ਕਿਸੇ ਨੂੰ ਲੁੱਟਣ ਵਾਸਤੇ ਨਹੀਂ, ਕਿਸੇ ਦਾ ਰਾਜਪਾਟ ਖੋਹਣ ਵਾਸਤੇ ਨਹੀਂ। ਭਾਵਨਾ ਪਿੱਛੇ ਕੋਈ ਮਾੜੀ ਨਹੀਂ ਹੈ, ਪਰ ਆਪਣੇ ਆਪ ਨੂੰ ਡਿਫੈਂਸ ਕਰਨਾ, ਆਪਣੇ ਆਪ ਨੂੰ ਬਚਾਉਣ ਵਾਸਤੇ, ਜੇ ਸਾਡੇ ਤੇ ਕੋਈ ਹਮਲਾਵਰ ਆਉਂਦਾ ਹੈ, ਬਚਾਉਣ ਵਾਸਤੇ ਆਪਣੇ ਆਪ ਨੂੰ ਅਸੀਂ ਹਥਿਆਰ ਚੁੱਕਦੇ ਹਾਂ, ਤੇ ਉਹ ਵੀ ਹੁਕਮ 'ਚ ਹੈ। ਕੋਈ ਜੀਵਨ ਦਾ ਅਧਿਕਾਰ ਜੋ ਪਰਮਾਤਮਾ ਨੇ ਸਾਨੂੰ ਜੀਵਨ ਦਿੱਤਾ ਹੈ, ਉਹ ਜੀਣ ਦਾ ਅਧਿਕਾਰ ਸਾਡੇ ਕੋਲ ਹੈ, ਦੂਜੇ ਬੰਦੇ ਕੋਲ ਨਹੀਂ ਹੈ ਸਾਡਾ ਜੀਵਨ ਖੋਣ ਦਾ। ਇਸ ਕਰਕੇ ਅਸੀਂ ਪ੍ਰੋਟੈਕਟ ਕਰਨਾ ਹੈ। ਫਿਰ ਫਰਕ ਹੋ ਗਿਆ ਨਾ ਕਿ ਲੜਾਈ 'ਚ ਫਰਕ ਹੈ। ਇੱਕ ਹੁੰਦਾ ਕਿਸੇ ਦਾ ਬਦਲਾ ਲੈਣ ਵਾਸਤੇ ਲੜਨਾ, ਉਹਨੂੰ ਉਜਾੜਨ ਵਾਸਤੇ, ਉਹਨੂੰ ਬਰਬਾਦ ਕਰਨ ਵਾਸਤੇ, ਉਹਨੂੰ ਲੁੱਟਣ ਵਾਸਤੇ, ਉਹਨੂੰ ਨੀਵਾਂ ਦਿਖਾਉਣ ਵਾਸਤੇ ਤਾਂ ਲੜਦੇ ਹਾਂ। ਇੱਕ ਅਸੀਂ ਆਪਣੇ ਆਪ ਨੂੰ ਪ੍ਰੋਟੈਕਟ ਕਰਨ ਵਾਸਤੇ ਲੜਦੇ ਹਾਂ, ਆਪਣੇ ਆਪ ਨੂੰ ਬਚਾਉਣ ਵਾਸਤੇ ਲੜਦੇ ਹਾਂ। ਇਹ ਅਧਿਕਾਰ ਤੇ ਸਾਡਾ ਆਪਣਾ ਹੋ ਗਿਆ ਨਾ, ਅਸੀਂ ਹਮਲਾਵਰ ਨਹੀਂ ਹਾਂ, ਪਰ ਡਿਫੈਂਸ ਤੇ ਕਰਨਾ ਹੈ ਨਾ ਅਸੀਂ ਆਪਣਾ। ਅਸੀਂ ਡਿਫੈਂਸ ਕਰਨ ਵਾਸਤੇ, ਫਿਰ ਡਿਫੈਂਸ ਵੀ ਉਹੀ ਕਰ ਸਕਦਾ ਜਿਹੜਾ ਤਾਕਤਵਰ ਹੋਵੇ। ਤੇ ਸਾਡੇ ਕੋਲ ਦੋ ਕਿਸਮ ਦੀ ਤਾਕਤ ਗੁਰੂ ਸਾਹਿਬ ਨੇ ਕਿਹਾ, ਸਾਨੂੰ ਸਰੀਰਕ ਬਲ ਵੀ ਚਾਹੀਦਾ ਹੈ, ਮਾਨਸਿਕ ਬਲ ਵੀ ਚਾਹੀਦਾ ਹੈ। ਸਰੀਰ ਦਾ ਬਲ ਤੇ ਚਲੋ ਅਸੀਂ ਖੁਰਾਕ ਦੇ ਨਾਲ, ਕਸਰਤ ਕਰਕੇ ਅਸੀਂ ਸਰੀਰ ਨੂੰ ਤਗੜੇ ਕਰ ਸਕਦੇ ਹਾਂ, ਐਕਸਰਸਾਈਜ਼ ਕਰਕੇ, ਗੱਤਕਾ ਖੇਡ ਕੇ, ਬੜੇ ਤਰੀਕੇ ਨੇ ਸਰੀਰ ਵੀ ਮਜ਼ਬੂਤ ਹੋਵੇ। ਪਰ ਉਹਦੇ ਨਾਲ ਜੇ ਸਾਡਾ ਅਗਿਆਨੀ ਆ, ਅਗਿਆਨਤਾ ਦੇ ਨਾਲ ਸਾਡਾ ਮਨ ਬੜਾ ਦੁਰਬਲ ਔਰ ਕਮਜ਼ੋਰ ਹੋ ਜਾਏਗਾ। ਇਸ ਕਰਕੇ ਸਾਨੂੰ ਗਿਆਨ ਦੀ ਲੋੜ ਹੈ, ਕਿਉਂਕਿ ਗਿਆਨ ਦੇ ਨਾਲ ਹੀ ਮਨ ਨੂੰ ਤਾਕਤ ਮਿਲਣੀ ਹੈ। ਸਾਡਾ ਆਤਮ ਬਲ ਤਾਂ ਹੀ ਵਧੇਗਾ। ਜੇ ਨਾ ਵਧਿਆ ਤੇ ਗੁਰੂ ਸਾਹਿਬ ਨੇ ਕਿਹਾ ਹੈ, ਬਲ ਛੁੱਟ ਕੇ ਉਹ ਬੰਧਨ ਪਰ ਹੈ, ਕਛੂ ਨਾ ਹੋ ਤੂੰ ਪਾਏ, ਫਿਰ ਕੋਈ ਉਪਾਅ ਨਹੀਂ ਕੰਮ ਕਰੇਗਾ। ਇਸ ਕਰਕੇ ਸਾਨੂੰ ਮਾਨਸਿਕ ਬਲ ਤੇ ਸਰੀਰ ਦਾ ਬਲ, ਦੋਨਾਂ ਦੀ ਤਾਕਤ ਚਾਹੀਦੀ ਹੈ। ਤੇ ਮਾਨਸਿਕ ਬਲ ਦਾ ਕਹਿਣ ਦਾ ਮਤਲਬ ਇਸੇ ਅੱਖਰ 'ਚ ਨਾ ਫਸੀ, ਅਸੀਂ ਆਤਮਿਕ ਬਲ ਔਰ ਮਾਨਸਿਕ ਬਲ ਨੂੰ ਮੈਂ ਇੱਕੋ ਹੀ ਕਹਿਣ ਦੀ ਕੋਸ਼ਿਸ਼ ਕਰ ਰਹੇ ਹਾਂ। ਤੇ ਸਾਡਾ ਆਤਮਿਕ ਬਲ ਮੀਨ ਸਾਡਾ ਜਦੋਂ ਆਚਰਣ ਬੜਾ ਉੱਚਾ ਹੋਏਗਾ, ਸਾਨੂੰ ਭਰਮ ਨਹੀਂ ਹੋਏਗਾ, ਅਸੀਂ ਕਿਸੇ ਵਹਿਮ 'ਚ ਨਹੀਂ ਫਸੇ ਹੋਵਾਂਗੇ। ਇਹ ਸਾਰੀਆਂ ਚੀਜ਼ਾਂ ਜੋ ਸਾਨੂੰ ਗੁਰਬਾਣੀ ਜਿਹੜੀ ਹੌਲੀ ਹੌਲੀ ਕੱਢ ਦਿੰਦੀ ਹੈ, ਵਹਿਮਾਂ ਤੋਂ, ਭਰਮਾਂ ਤੋਂ, ਕਰਮ ਕਾਂਡਾਂ ਤੋਂ, ਹੰਕਾਰ ਤੋਂ, ਈਰਖਾ ਤੋਂ, ਨਫ਼ਰਤ ਤੋਂ, ਲੋਭ ਤੋਂ, ਲੱਭ ਤੋਂ, ਇਹ ਸਭ ਥੋੜੀ ਮਿਹਨਤ ਕਰਨੀ ਪਏਗੀ। ਕਿਉਂਕਿ ਕੋਈ ਵੀ ਕੰਮ ਅਸੀਂ ਕਰਦੇ ਹਾਂ, ਦੇਖੋ ਸਮਾਂ ਲੱਗਦਾ, ਉਹਦੇ 'ਚ ਟਾਈਮ ਲੱਗਦਾ ਹੈ। ਅਸੀਂ ਇੱਕ ਵਾਰੀ ਸੁਣ ਕੇ ਨਹੀਂ ਹੋਏਗਾ, ਇਹਦੇ 'ਚ ਟਾਈਮ ਲੱਗੇਗਾ, ਇਹ ਮੰਨ ਕੇ ਚੱਲੀਏ। ਪਰ ਅਸੀਂ ਸ਼ੁਰੂਆਤ ਕਰ ਦਈਏ ਬਸ। ਅੱਜ ਇੱਕ ਕੰਮ ਅੱਜ ਕਰ ਲਈਏ ਵੀ ਇਹ ਇੰਨਾ ਹੀ ਕਰੀਏ, ਚਲੋ ਜ਼ਿਆਦਾ ਨਾ ਕਰੀਏ, ਕਿਉਂਕਿ ਪੁਆਇੰਟ ਬਹੁਤ ਨੇ ਗੁਰਬਾਣੀ 'ਚ। ਅਸੀਂ ਇੱਕ ਕੰਮ ਕਰ ਲਈਏ ਵੀ ਅੱਜ ਤੋਂ ਬਾਅਦ ਮੈਂ ਕਿਸੇ ਦੇ ਬਾਰੇ ਬੁਰੇ ਵਿਚਾਰ ਅੰਦਰ ਨਹੀਂ ਆਉਂਦੇ। ਦੇਖਣਾ ਤੁਹਾਡੀ ਜ਼ਿੰਦਗੀ ਘੱਟ ਤੋਂ ਘੱਟ 25% ਸੌਖੀ ਤਾਂ ਹੋ ਹੀ ਜਾਏਗੀ। ਜਿਹੜਾ ਅਸੀਂ ਕੁੱਟਦੇ ਨੇ ਅੰਦਰ, ਮੈਂ ਇਹਨੂੰ ਐਗਜ਼ਾਮਪਲ ਦੇ ਤੌਰ ਤੇ ਲੈਣਾ ਕਿ ਮੰਨ ਲਓ ਮੇਰੀ ਕਿਸੇ ਨਾਲ ਨਫ਼ਰਤ ਹੈ, ਮੈਂ ਚਾਹੁੰਦਾ ਇਹਦਾ ਨੁਕਸਾਨ ਹੋਵੇ। ਸਰਦੀਆਂ ਦੇ ਪੋਹਾਂ ਦੇ ਦਿਨ, ਹੁਣ ਸਰਦੀ ਬੈਠੀ ਹੋਵੇ, ਰਜਾਈਆਂ ਨਾਲ ਦੁਨੀਆ ਵੜੀ ਹੋਵੇ, ਉਹ ਵੀ ਮੇਰਾ ਜਿਹੜਾ ਦੁਸ਼ਮਣ ਉਹ ਵੀ ਰਜਾਈ 'ਚ ਪਿਆ, ਪਰ ਮੈਂ ਆਪਣੀ ਰਜਾਈ 'ਚ ਵੜਿਆ ਹੋਇਆ ਵੀ ਕੁੜਦਾ ਪਿਆ, ਉਹਦੇ ਬਾਰੇ ਹੀ ਸੋਚ ਰਿਹਾ ਮੈਂ ਉਹਨੂੰ ਬਰਬਾਦ ਕਿਸ ਤਰ੍ਹਾਂ ਕਰਾਂ, ਕੱਲ ਉੱਠ ਕੇ ਇਹ ਕਰਨਾ ਹੈ, ਮੈਂ ਉਹਨੂੰ ਇਸ ਤਰ੍ਹਾਂ ਕਰਾਂਗਾ, ਉਹਦਾ ਏਦਾਂ ਨੁਕਸਾਨ ਕਰਾਂਗਾ। ਬਸ ਉਹਦੇ ਬਾਰੇ ਸੋਚਣਾ, ਮੈਂ ਆਪਣਾ ਆਪਾ ਭੁੱਲਿਆ ਹੋਇਆ। ਇਹਦਾ ਮਤਲਬ ਮੈਂ ਆਪਣੇ ਆਪ ਨੂੰ ਸਾੜ ਰਿਹਾ ਸਰਦੀ ਦੇ ਦਿਨ 'ਚ ਵੀ, ਈਰਖਾ ਦੀ ਅੱਗ 'ਚ, ਨਫ਼ਰਤ ਦੀ ਅੱਗ 'ਚ ਸਾੜ ਰਿਹਾ ਆਪਣੇ ਆਪ ਨੂੰ। ਉਹ ਬੰਦਾ ਰਜਾਈ 'ਚ ਸੁੱਤਾ ਪਿਆ ਆਰਾਮ ਨਾਲ, ਜਿਹਦੇ ਬਾਰੇ ਮੈਂ ਬੁਰਾ ਸੋਚ ਰਿਹਾ। ਤੇ ਨੁਕਸਾਨ ਉਹਦਾ ਹੋਇਆ ਜਾਂ ਮੇਰਾ ਹੋਇਆ? ਮੇਰਾ ਨੁਕਸਾਨ ਹੋਇਆ, ਆਪਣਾ ਨੁਕਸਾਨ ਮੈਂ ਖੁਦ ਕਰ ਰਿਹਾ। ਮੈਂ ਕੁੜਦਾ ਪਿਆ, ਨਫ਼ਰਤ ਦੀ ਅੱਗ 'ਚ ਸੜ ਰਿਹਾ, ਤੇ ਜਿਹੜੀ ਅੰਦਰ ਅੱਗ ਜਲਾਈ ਹੋਈ ਹੈ ਆਪਣੇ ਅੰਦਰ, ਉਹ ਤੇ ਮੈਨੂੰ ਨੁਕਸਾਨ ਕਰੇਗੀ ਨਾ ਮੇਰਾ। ਤੇ ਅਸਲ ਤੇ ਹੁਣ ਇਹਦੇ 'ਚ ਨੁਕਸਾਨ ਕਿਹਨੇ ਕਿਹਦਾ ਕੀਤਾ? ਮੈਂ ਹੀ ਖੁਦ ਆਪਣਾ ਨੁਕਸਾਨ ਖੁਦ ਕਰ ਰਿਹਾ। ਸਿਰਫ ਇਸ ਕਰਕੇ ਕਰ ਰਿਹਾ ਕਿਉਂਕਿ ਮੈਂ ਕਿਸੇ ਦੂਜੇ ਦਾ ਬੁਰਾ ਸੋਚ ਰਿਹਾ। ਇਹ ਲਾਅ ਆਫ ਨੇਚਰ 'ਚ ਹੈ। ਜੇ ਮੈਂ ਬੁਰਾ ਸੋਚਾਂਗਾ ਤੇ ਮੈਂ ਕੁੜਾਂਗਾ ਤੇ ਮੇਰੇ ਅੰਦਰ ਦੀ ਫਿਜ਼ੀਕਲ ਨੁਕਸਾਨ ਵੀ ਹੋਏਗਾ, ਮੈਨੂੰ ਮਾਨਸਿਕ ਨੁਕਸਾਨ ਵੀ ਹੋਏਗਾ। ਮੈਂ ਮਾਨਸਿਕ ਤੌਰ ਤੇ ਵੀ ਪਰੇਸ਼ਾਨ ਰਵਾਂਗਾ, ਸਰੀਰਕ ਤੌਰ ਤੇ ਵੀ ਮੇਰੇ ਅੰਦਰ ਕੋਈ ਬਿਮਾਰੀਆਂ ਪੈਦਾ ਹੋ ਜਾਣਗੀਆਂ, ਕਿਉਂਕਿ ਮੈਂ ਹਮੇਸ਼ਾ ਕੁੜਦਾ ਰਹਿਣਾ। ਮੈਂ ਰੋਟੀ ਖਾਣ ਵੇਲੇ ਵੀ ਕੁੜ ਰਿਹਾ ਵਾਂ, ਕਿਸੇ ਦਾ ਗੱਲ ਕਰਦਿਆਂ ਵੀ ਕੁੜ ਰਿਹਾ, ਲੜਾਈ ਝਗੜੇ ਪੈਦਾ ਹੋਣਗੇ। ਇਹਦਾ ਮਤਲਬ ਮੇਰਾ ਜੀਵਨ, ਮੈਂ ਆਪਣੇ ਸਾਰੇ ਜੀਵਨ ਨੂੰ ਉਥਲ ਪੁਥਲ ਕਰ ਲਿਆ। ਉਹਦਾ ਜ਼ਿੰਮੇਵਾਰ ਮੈਂ ਖੁਦ ਹਾਂ। ਔਰ ਇਹ ਕਿਉਂ ਆ? ਕਿਉਂਕਿ ਲਾਅ ਆਫ ਨੇਚਰ, ਹੁਕਮ ਇਸੇ ਤਰ੍ਹਾਂ ਹੀ ਹੈ। ਕਹਿੰਦੇ ਇਸੇ ਤਰ੍ਹਾਂ ਹੀ ਹੁਕਮ ਚੱਲਦਾ ਪਈ, ਜੋ ਤੂੰ ਬੀਜੇਗਾ ਉਹ ਤੈਨੂੰ ਖਾਣਾ ਪੈਣਾ ਹੈ। ਇਹ ਦੁਨੀਆ ਦਾ ਕੋਈ ਬੰਦਾ ਕਾਨੂੰਨ ਨਹੀਂ ਬਦਲ ਸਕਦਾ ਕਿ ਤੂੰ ਬੁਰਾ ਵੀ ਸੋਚੀ ਜਾ, ਬੁਰਾ ਵੀ ਕਰੀ ਜਾ, ਲੋਕਾਂ ਦੇ ਨਾਲ ਧੋਖੇ ਵੀ ਕਰੀ ਜਾ, ਲੋਕਾਂ ਨਾਲ ਨਫ਼ਰਤ ਵੀ ਕਰੀ ਜਾ, ਤੇ ਤੂੰ ਕਵੇਂ ਮੈਂ ਸ਼ਾਂਤੀ ਚਾਹੁੰਦਾ।
ਜਿੱਥੇ ਮਰਜ਼ੀ ਪਹਾੜਾਂ ਤੇ ਚਲਾ ਜਾਵੇ, ਜਿੱਥੇ ਮਰਜ਼ੀ ਚਲਾ ਜਾਵੇ, ਸ਼ਾਂਤੀ ਨਹੀਂ ਮਿਲਣੀ, ਕਿਉਂਕਿ ਅੱਗ ਤੇ ਅੰਦਰ ਲਾਈ ਹੋਈ ਹੈ ਨਾ, ਘਰ ਦੇ ਅੰਦਰ, ਆਪਣੇ ਹਿਰਦੇ ਦੇ ਅੰਦਰ। ਬਾਹਰ ਕਿਸੇ ਨਾਲ ਸ਼ਾਂਤੀ ਨਹੀਂ ਮਿਲੇਗੀ। ਤੇ ਐਸੇ ਕਰਕੇ ਕਹਿੰਦੇ ਸ਼ਾਂਤੀ ਦੀ ਤਲਾਸ਼, ਤੁਹਾਨੂੰ ਬਾਹਰ ਜਾਣ ਦੀ ਲੋੜ ਨਹੀਂ, ਘਰ ਦੇ ਅੰਦਰ ਹੀ ਹੈ। ਤੇਰੇ ਆਪਣੇ ਹਿਰਦੇ ਦੇ ਅੰਦਰ ਹੀ ਸ਼ਾਂਤੀ ਹੈਗੀ ਹੈ, ਪਰ ਤੂੰ ਅਸ਼ਾਂਤ ਆਪਣੇ ਆਪ ਨੂੰ ਆਪ ਕੀਤਾ ਹੋਇਆ ਹੈ, ਆਪਣੇ ਵਿਚਾਰਾਂ ਕਰਕੇ, ਆਪਣੀ ਅਗਿਆਨਤਾ ਕਰਕੇ। ਤੇ ਹੁਣ ਗੁਰੂ ਸਾਹਿਬ ਸਾਨੂੰ ਜਿਸ ਤਰ੍ਹਾਂ ਸਮਝਾਉਂਦੇ ਨੇ ਵੀ ਤੂੰ ਇੱਕ ਪੁਆਇੰਟ ਨੂੰ ਯਾਦ ਰੱਖ ਕਿ ਅੱਜ ਤੋਂ ਬਾਅਦ ਇਸ ਫਾਰਮੂਲੇ ਤੇ ਕੰਮ ਕਰਕੇ ਦੇਖ, ਇਹ ਹੁਕਮ ਨੂੰ ਮੰਨ ਕੇ ਦੇਖ। ਇਸ ਹੁਕਮ ਦੇ ਅੰਦਰ ਜਦੋਂ ਸਾਨੂੰ ਸਮਝ ਆਉਣ ਲੱਗ ਪਏਗੀ, ਫਿਰ ਅਸੀਂ ਜਦੋਂ ਪ੍ਰੈਕਟੀਕਲ ਕਰਾਂਗੇ, ਫਿਰ ਸਾਡਾ ਉਹ ਅਨੁਭਵ ਬਣ ਜਾਏਗਾ, ਸਾਡਾ ਐਕਸਪੀਰੀਅੰਸ ਬਣ ਜਾਏਗਾ। ਵਾਕਈ ਮੈਂ ਕਿਸੇ ਦਾ ਜੇ ਬੁਰਾ ਸੋਚਦਾ ਸੀ, ਮੈਂ ਉੱਥੋਂ ਧਿਆਨ ਹਟ ਕੇ ਮੈਂ ਉਹਦਾ ਚੰਗਾ ਸੋਚਣ ਲੱਗ ਪਿਆ, ਤੇ ਮੇਰੇ ਅੰਦਰ ਸ਼ਾਂਤੀ ਜੀ ਪੈਦਾ ਹੋ ਗਈ। ਇਹਦਾ ਮਤਲਬ ਜਿਹੜੀ ਸ਼ਾਂਤੀ ਪੈਦਾ ਹੋਈ ਹੈ, ਉਹਦਾ ਕਾਰਨ ਮੈਂ ਖੁਦ ਹਾਂ, ਅਸ਼ਾਂਤੀ ਦਾ ਕਾਰਨ ਵੀ ਮੈਂ ਖੁਦ ਸੀ। ਇਹ ਦੋਨੋਂ ਕੰਮ, ਸ਼ਾਂਤੀ ਔਰ ਅਸ਼ਾਂਤੀ ਕਿਉਂ ਹੋ ਰਹੀ ਹੈ? ਇਹ ਦੋਨੋਂ ਚੀਜ਼ਾਂ ਹੁਕਮ 'ਚ ਨੇ। ਮੈਨੂੰ ਹੁਕਮ ਸਮਝ ਆ ਗਈ, ਮੈਂ ਨਫ਼ਰਤ ਕਰਨੀ ਬੰਦ ਕਰਤੀ। ਜਦੋਂ ਨਹੀਂ ਸਮਝ ਆਉਂਦੀ ਸੀ, ਭਰਮ ਸੀ ਮੈਨੂੰ, ਤੇ ਮੈਂ ਨਫ਼ਰਤ ਕਰ ਰਿਹਾ, ਮੈਂ ਸੋਚਦਾ ਸੀ ਉਹਦਾ ਨੁਕਸਾਨ ਕਰਕੇ ਸ਼ਾਇਦ ਮੈਨੂੰ ਸ਼ਾਂਤੀ ਮਿਲੇ, ਮੈਨੂੰ ਸਕੂਨ ਮਿਲੇ, ਮੈਨੂੰ ਆਰਾਮ ਮਿਲੇ, ਪਰ ਉਹ ਮਿਲਣਾ ਨਹੀਂ। ਗੁਰੂ ਸਾਹਿਬ ਕਹਿੰਦੇ ਉਹ ਨਹੀਂ ਮਿਲ ਸਕਦਾ, ਕਦੀ ਹੋ ਨਹੀਂ ਸਕਦਾ, ਕਿਉਂਕਿ ਹੁਕਮ ਤੋਂ ਤੂੰ ਬਾਹਰ ਜਾ ਹੀ ਨਹੀਂ ਸਕਦਾ। ਸੋ ਹੋਰ ਕਿਸੇ ਦਾ ਕੋਈ ਵਿਚਾਰ ਹੋਵੇ ਜੀ, ਦੱਸੋ। ਕਿ ਅੱਜ ਮੈਂ ਇੰਨਾ ਹੀ ਸੀਮਤ ਰੱਖਣਾ ਚਾਹੁੰਦਾ ਸੀ ਅੱਜ। ਹੋਰ ਕੋਈ ਵਿਚਾਰ ਹੋ ਰਿਹਾ, ਕੋਈ ਸਮਝ ਆ ਰਹੀ ਹੈ? ਹੁਣ ਇਹਨੂੰ ਚਲੋ ਹੋਰ ਖੋਲ ਦੇਣਾ ਥੋੜਾ ਜਿਹਾ, ਕਹਿੰਦੇ ਨਹੀਂ ਸਵਾਲ ਤੇ। ਹੁਣ ਇਸ ਹੁਕਮ ਨੂੰ ਅਸੀਂ ਇਸ ਤਰੀਕੇ ਨਾਲ ਸਮਝਿਆ ਕਿ ਕੁਦਰਤ ਦਾ ਕਾਨੂੰਨ ਹੈ। ਭਾਈ ਸਾਹਿਬ ਜੀ, ਇੱਕ ਸਵਾਲ ਸੀਗਾ ਜੀ। ਹਾਂਜੀ ਵੀਰ ਜੀ। ਜਿਵੇਂ ਆਪਾਂ, ਤੁਸੀਂ ਬਹੁਤ ਵਧੀਆ ਵਿਚਾਰ ਕੀਤੀ ਜੀ ਵੀ ਆਪਣਾ ਜਦੋਂ ਸਾਨੂੰ ਦੁੱਖ ਹੈ, ਸਾਨੂੰ ਸੁੱਖ ਹੈ, ਅਸੀਂ ਹਾਂਜੀ ਜੇ ਨਿਯਮ ਨੂੰ ਫੋਲੋ ਨਹੀਂ ਕਰਦੇ ਤਾਂ ਸਾਨੂੰ ਦੁੱਖ ਹੈ, ਹਾਂਜੀ ਹਨਾ। ਤੇ ਹਾਂਜੀ ਬਾਅਦ ਵਿੱਚ ਇੱਕ ਆਪਣਾ ਇਹ ਆਇਆ ਸੀ ਵਰਸ਼ਨ ਵੀ ਬੰਦੇ ਨੂੰ ਪਤਾ ਲੱਗ ਜਾਂਦਾ ਵੀ ਜੋ ਕੁਝ ਹੋ ਰਿਹਾ ਹੁਕਮ 'ਚ ਹੋ ਰਿਹਾ। ਕਈ ਵਾਰੀ ਨਾ ਜੀ, ਜਿਵੇਂ ਸੰਗਤਾਂ ਦੇ ਮਨ 'ਚ ਵੀ ਕਈ ਵਾਰੀ ਭੁਲੇਖਾ ਪੈ ਜਾਂਦਾ ਵੀ ਇਹਨਾਂ ਨੇ ਦੋ ਗੱਲਾਂ ਕਰਤੀਆਂ। ਇਹਦੇ ਬਾਰੇ ਥੋੜਾ ਜਿਹਾ ਹੋਰ ਖੋਲ ਦਿਓ ਵੀ ਅਸੀਂ ਇੱਛਾ ਦੇ ਲੈਵਲ ਤੇ ਹੀ ਸੋਚ ਸਕਦੇ ਹਾਂ, ਇੱਛਾ ਦੇ ਲੈਵਲ ਤੇ ਸਾਡਾ ਹੁਕਮ ਚੱਲਦਾ, ਇਹਨੂੰ ਮਾੜਾ ਜਿਹਾ ਹੋਰ ਖੋਲ ਦਿਓ ਜੀ, ਕਿਰਪਾ ਕਰਕੇ। ਠੀਕ ਹੈ, ਮੈਂ ਸਮਝਿਆ ਤੁਹਾਡਾ ਪੁਆਇੰਟ, ਬਿਲਕੁਲ ਠੀਕ ਹੈ, ਵਧੀਆ ਪੁਆਇੰਟ ਹੈ ਜੀ। ਦੇਖੋ, ਇੱਕ ਤਾਂ ਹੁਕਮ ਹੋ ਗਿਆ ਲਾਅ ਆਫ ਨੇਚਰ, ਜਿਹਨੂੰ ਮੈਂ ਹੁਕਮ ਕਿਹਾ। ਇੱਕ ਹੈ ਜੋ ਕੁਝ ਹੋ ਗਿਆ, ਅਸੀਂ ਕਿਸੇ ਵਾਸਤੇ ਚੰਗਾ ਹੀ ਸੋਚ ਰਹੇ ਹਾਂ, ਚੰਗਾ ਹੀ ਚਾਹ ਰਹੇ ਹਾਂ, ਉਹਦੇ ਬਾਰੇ ਅਸੀਂ ਆਪਣੇ ਅੰਦਰ ਤੇ ਨਹੀਂ ਕੁੱਟ ਰਹੇ, ਪਰ ਮੈਨੂੰ ਫਿਜ਼ੀਕਲ ਨੁਕਸਾਨ ਨੂੰ ਪਹੁੰਚਾ ਸਕਦਾ ਕੋਈ ਵੀ। ਉਹ ਜਿਹੜਾ ਨੁਕਸਾਨ ਹੁੰਦਾ ਹੈ ਵੇ, ਉਹਨੂੰ ਅਸੀਂ ਕਹਿ ਸਕਦੇ ਹਾਂ ਉਹਦੇ ਕਰਮ ਕਰਕੇ ਹੋਇਆ ਸਾਨੂੰ। ਤੇ ਇਹਦੇ ਵਿੱਚ ਇੱਕ ਸਾਡੇ ਨਾਲ ਕੁਝ ਵੀ ਹੋ ਸਕਦਾ ਹੈ। ਇਹਦਾ ਵੈਸੇ ਛੋਟਾ ਜਿਹਾ ਮੈਂ ਐਗਜ਼ਾਮਪਲ ਦਿੰਦਾ। ਅਸੀਂ ਰੋਡ ਦੇ ਅੰਦਰ ਆਪਣੀ ਸਾਈਡ ਦੇ ਉੱਤੇ ਕਾਰ ਚਲਾ ਰਹੇ ਹਾਂ, ਲਿਮਟਿਡ ਸਪੀਡ ਤੇ ਚਲਾ ਰਹੇ ਹਾਂ, ਉਨੀ ਕਾਨੂੰਨ ਦੇ ਅੰਦਰ ਚਲਾ ਰਹੇ ਹਾਂ। ਪਰ ਜ਼ਿੰਦਗੀ 'ਚ ਵੀ ਇੱਕ ਧਿਆਨ ਰੱਖਣਾ ਕਿ ਅਸੀਂ ਜਿੰਨਾ ਵੀ ਸੰਭਲ ਕੇ ਚੱਲੀਏ, ਪਰ ਜੀਵਨ ਮੈਂ ਇਕੱਲੇ ਦਾ ਨਹੀਂ ਹੈ, ਸੰਸਾਰ 'ਚ ਮੈਂ ਇਕੱਲਾ ਨਹੀਂ ਹਾਂ, ਉਹਦੇ ਬਹੁਤ ਸਾਰੇ ਹੋਰ ਕਾਰਨ ਹੋਣਗੇ। ਤੇ ਮੈਂ ਕਾਰ ਠੀਕ ਚਲਾ ਰਿਹਾ, ਸੜਕ ਦੇ ਕਿਨਾਰੇ ਆਰਾਮ ਨਾਲ ਜਾ ਰਿਹਾ, ਕੋਈ ਰਫ ਡਰਾਈਵਿੰਗ ਨਹੀਂ ਕਰ ਰਿਹਾ, ਕੋਈ ਜ਼ਿਆਦਾ ਫਾਸਟ ਨਹੀਂ ਚੱਲ ਰਿਹਾ, ਪਰ ਪਿੱਛੋਂ ਆ ਕੇ ਮੈਨੂੰ ਕੋਈ ਨਾ ਕੋਈ ਠੋਕ ਸਕਦਾ ਨਾ, ਕੋਈ ਮੈਨੂੰ ਸਾਈਡ ਮਾਰ ਸਕਦਾ ਨਾ। ਇਹਦਾ ਮਤਲਬ ਸਾਡੇ ਜੀਵਨ ਦੇ ਉੱਤੇ ਸਾਡੇ ਆਸ-ਪਾਸ ਮਾਹੌਲ ਦਾ ਪ੍ਰਭਾਵ ਵੀ ਪੈਂਦਾ ਹੈ। ਉਹਦੇ ਵਿੱਚ ਜਿਹੜੇ ਅੰਜਾਮ ਭੁਗਤਣੇ ਪੈਂਦੇ ਆ, ਉਹਨਾਂ ਨੂੰ ਅਸੀਂ ਹੁਕਮ ਕਹਿ ਸਕਦੇ ਹਾਂ ਕਿ ਉਹ ਹੁਕਮ ਦੇ ਅੰਦਰ। ਤੇ ਇਹਦੇ ਨਾਲ ਕੀ ਹੁੰਦਾ ਕਿ ਜਿਹੜਾ ਅਸੀਂ ਮਾਨਸਿਕ ਪਰੇਸ਼ਾਨ ਹੋ ਜਾਂਦੇ ਆ, ਯਾਰ ਮੈਂ ਤਾਂ ਸਾਡੇ ਤੇ ਠੀਕ ਹੈ ਜੀ, ਮੇਰੇ ਨਾਲ ਇਸ ਤਰ੍ਹਾਂ ਕਿਉਂ ਹੋਇਆ? ਗਲਤੀ ਤੇ ਅਗਲੇ ਨੇ ਕੀਤੀ ਜ਼ਰੂਰ, ਪਰ ਮੇਰੀ ਮਾਨਸਿਕ ਸ਼ਾਂਤੀ ਕਿਸ ਤਰ੍ਹਾਂ ਰਹਿ ਸਕਦੀ ਹੈ? ਮੈਂ ਤਾਂ ਸ਼ਾਂਤੀ ਚਾਹੁੰਦਾ ਨਾ, ਆਨੰਦ ਚਾਹੁੰਦਾ। ਮੇਰੀ ਸ਼ਾਂਤੀ ਤਾਂ ਰਹਿ ਸਕਦੀ ਹੈ ਠੀਕ ਹੈ ਵੀ ਅਗਲੇ ਨੇ ਗਲਤੀ ਕੀਤੀ ਹੈ, ਹੁਣ ਲੱਗ ਗਈ, ਹੁਣ ਕੀ ਕਰੀਏ? ਚਲੋ ਜੋ ਹੋਣਾ ਸੀ ਹੋ ਗਿਆ, ਜਿਹੜਾ ਹੋਣਾ ਸੀ ਹੋ ਗਿਆ। ਹੁਣ ਇਸ ਲੜਾਈ ਨੂੰ ਵਧਾਉਣ ਦੀ ਬਜਾਏ ਇਹ ਲੜਾਈ ਨੂੰ ਮਿਟਾ ਕੇ ਮੈਂ ਆਪਣਾ ਹੁਣ ਅੱਗੋਂ ਸੋਚਾਂ ਮੈਂ ਕਿਸ ਤਰ੍ਹਾਂ ਸੰਭਲ ਕੇ ਚੱਲਣਾ, ਤੇ ਅਗਲੇ ਨਾਲ ਪਿਆਰ ਨਾਲ ਕਹਿ ਸਕਦੇ ਹਾਂ ਅਸੀਂ, ਲੜਨ ਦੀ ਬਜਾਏ। ਇਹਦੇ ਨਾਲ ਕੀ ਹੈ, ਨਾ ਮੈਂ ਅਸ਼ਾਂਤ ਹੋਇਆ, ਨਾ ਉਧਰ ਅਸ਼ਾਂਤੀ ਪੈਦਾ ਕੀਤੀ, ਕਿਉਂਕਿ ਨਿਯਮ 'ਚ ਤਾਂ ਮੈਂ ਚੱਲ ਰਿਹਾ ਨਾ, ਮੈਨੂੰ ਕਾਨੂੰਨ ਦਾ ਪਤਾ ਹੈ, ਉਹਨੂੰ ਨਹੀਂ ਪਤਾ ਨਾ, ਉਹ ਰਫ ਡਰਾਈਵਿੰਗ ਕਰ ਰਿਹਾ। ਇਹਦਾ ਮਤਲਬ ਸਮਾਜ ਦੇ ਵਿੱਚ ਇੱਕ ਦੂਜੇ ਦੇ ਨਾਲ ਅਸੀਂ ਰਿਲੇਟਡ ਆ, ਤਾਂ ਹੀ ਅਸੀਂ ਇੱਕ ਦੂਜੇ ਨਾਲ ਸੰਬੰਧ ਪਿਆਰ ਦੇ ਨਾਲ ਰਹਿਣਾ ਹੈ। ਪ੍ਰੇਮ ਐਸੇ ਕਰਕੇ ਕਿਹਾ, ਮੈਂ ਸਾਰਿਆਂ ਨੂੰ ਆਪਣਾ ਮਿੱਤਰ ਬਣਾ ਕੇ ਸਮਝਣਾ ਹੈ, ਹਮ ਸਭਨਾ ਕੇ ਸਾਜਨਾ ਬਣਾ ਕੇ ਰਹਿਣਾ ਹੈ। ਗੁਰੂ ਸਾਹਿਬ ਸਾਨੂੰ ਕਹਿ ਰਹੇ ਕਿ ਸਭ ਨੂੰ ਆਪਣਾ ਸਮਝ ਕੇ ਚੱਲ। ਹੋ ਜਾਂਦੀ ਗਲਤੀ, ਕਿਸੇ ਕੋਲ ਹੋ ਜਾਂਦੀ ਹੈ, ਹੋ ਸਕਦਾ ਉਹਨੇ ਜਾਣ ਕੇ ਗਲਤੀ ਕੀਤੀ ਹੈ, ਹੋ ਸਕਦਾ ਉਹਦੇ ਕੋਲ ਸਲਿੱਪ ਕਰ ਗਿਆ, ਪੈਰ ਸਲਿੱਪ ਕਰ ਗਿਆ, ਜਾਂ ਉਹਨੂੰ ਝਪਕੀ ਆ ਗਈ, ਕਾਰਨ ਬੜੇ ਹੋ ਸਕਦੇ ਨੇ। ਪਰ ਜੇ ਇਸ ਕਿਸੇ ਵੀ ਘਟਨਾ ਨੂੰ ਜੋ ਸਾਡੇ ਨਾਲ ਹੋ ਚੁੱਕੀ ਹੈ, ਜੇ ਇਹਨੂੰ ਅਸੀਂ ਇਹ ਮੰਨ ਲੈਂਦੇ ਹਾਂ ਕਿ ਇਹ ਭਾਣਾ ਸੀ, ਚਲੋ ਜੋ ਹੋਣਾ ਸੀ ਹੋ ਗਿਆ, ਇਹਦੇ ਨਾਲ ਸਾਡਾ ਮਨ ਅਸ਼ਾਂਤ ਨਹੀਂ ਹੁੰਦਾ, ਬਲਕਿ ਸ਼ਾਂਤ ਹੋ ਜਾਂਦਾ ਹੈ।
ਸਾਨੂੰ ਇਹ ਪ੍ਰਾਪਤੀ ਹੁੰਦੀ ਹੈ, ਇਹ ਫਾਇਦਾ ਹੁੰਦਾ ਹੈ ਹੁਕਮ ਮੰਨਣ ਨਾਲ, ਕਿਉਂਕਿ ਉਹ ਹੋ ਚੁੱਕਾ ਨਾ। ਜੋ ਹੋ ਚੁੱਕਾ ਹੁਣ ਉਹਦੇ ਅਸੀਂ ਡਾਇਗਨੋਸ ਕਰ ਸਕਦੇ ਹਾਂ ਕਿਹਦਾ ਕਸੂਰ ਸੀ, ਕੀ ਸੀ, ਉਹ ਬਾਅਦ ਦੀਆਂ ਗੱਲਾਂ ਨੇ। ਪਰ ਮੌਕੇ ਦੇ ਉੱਤੇ ਜੇ ਅਸੀਂ ਮੰਨ ਲਿਆ ਚਲੋ ਜੋ ਹੋਣਾ ਸੀ ਹੋ ਗਿਆ, ਹੁਣ ਉਹਨੂੰ ਅਗਲੀ ਵਾਰ ਅਸੀਂ ਕਿਸ ਤਰ੍ਹਾਂ ਚੱਲਣਾ ਉਹਦੇ ਬਾਰੇ ਵਿਚਾਰ ਕਰ ਸਕਦੇ ਹਾਂ। ਪਰ ਜੋ ਹੋਣੀ ਹੋ ਗਈ ਨਾ, ਉਹਨੂੰ ਅਸੀਂ ਹੁਕਮ ਮੰਨ ਲਵਾਂਗੇ ਤੇ ਸਾਡਾ ਮਨ ਅਸ਼ਾਂਤ ਨਹੀਂ ਹੋਏਗਾ, ਧੀਰਜ 'ਚ ਰਹੇਗਾ। ਠੀਕ ਲੱਗਦੀ ਜੀ ਗੱਲ? ਹਾਂਜੀ ਭਾਈ ਸਾਹਿਬ ਜੀ, ਬਹੁਤ ਵਧੀਆ ਜੀ, ਸਮਝ ਆਈ। ਬਹੁਤ ਹਾਂਜੀ, ਵਧੀਆ ਤੇ ਜੀ। ਇਹਨੂੰ ਹੀ ਹਾਂਜੀ, ਇਹਨੂੰ ਹੀ ਸਤਿਗੁਰੂ ਹਾਂਜੀ। ਜੀ ਕਹਿੰਦੇ ਨੇ ਵੀ ਤੇਰਾ ਭਾਣਾ ਮਿੱਠਾ ਲਾਗੇ। ਹਾਂ, ਉਹ ਕਹਿੰਦੇ ਹੁਣ ਜੋ ਹੋ ਗਿਆ ਸੋ ਹੋ ਗਿਆ, ਹੁਣ ਮੈਂ ਕੀ ਕਹਾਂ, ਜੋ ਹੋ ਗਿਆ ਚਲੋ ਉਹ ਵੀ ਚੰਗਾ ਹੈ। ਇਹਦੇ ਨਾਲ ਮਨ ਤੁਹਾਡਾ ਨਾ ਬੇਚੈਨ ਨਹੀਂ ਹੋਏਗਾ, ਵਿਕਾਰਾਂ ਵੱਲ ਨਹੀਂ ਇੱਕ ਜਾਏਗਾ। ਇੱਕ ਹਾਂਜੀ ਛੋਟੀ ਜਿਹੀ ਗੱਲ ਇਹ ਪੁੱਛਣੀ ਹਾਂਜੀ ਸੀਗੀ ਜੀ, ਜਿਵੇਂ ਇਹ ਆਪਾਂ ਬਹੁਤ ਵਧੀਆ ਗੱਲ ਵਿਚਾਰ ਹੋ ਰਹੀ ਹੈ ਵੀ ਅਸੀਂ ਆਪਣਾ ਜੀਵਨ ਸੁਧਾਰ ਲੈਣਾ ਤੇ ਹਾਂਜੀ, ਹਾਂ ਪ੍ਰਮਾਤਮਾ ਸਾਡੇ ਨਾਲ ਆ, ਤੇ ਅਸੀਂ ਜਿਹੜੇ ਬਿਲਕੁਲ। ਚੰਗੇ ਕੰਮ ਕਰ ਰਹੇ ਹਾਂ ਪ੍ਰਮਾਤਮਾ ਬਿਲਕੁਲ ਨਾਲ ਹੁੰਦਾ ਹੈ। ਇੱਕ ਹਾਂਜੀ ਛੋਟੀ ਹਾਂਜੀ ਜਿਹੀ ਮੇਰੀ ਇਹ ਸ਼ੰਕਾ ਹੈਗੀ ਵੀ ਜੇ ਕੋਈ ਬੰਦਾ, ਇਹਦੇ ਸਾਡੀ ਗੱਲ ਹੋ ਗਈ, ਜੇ ਕੋਈ ਬੰਦਾ ਗਲਤ ਬੰਦਾ ਜੀ, ਜਿਵੇਂ ਉਹ ਹਾਂਜੀ। ਕੋਈ ਹਥਿਆਰਾ ਬੰਦਾ, ਚਾਹੇ ਉਹ ਜਿਹੜਾ ਹੁਕਮ ਹੁੰਦਾ ਉਹ ਕੀ ਉਹ ਹੁਕਮ ਚਾਹੁੰਦਾ ਤੇ ਕੀ ਪ੍ਰਮਾਤਮਾ ਉਹਦੇ ਨਾਲ ਹੁੰਦਾ, ਮੈਨੂੰ ਇਹਦੇ ਬਾਰੇ ਥੋੜਾ ਦੱਸਿਓ ਜੀ ਪਲੀਜ਼। ਕਿਸ ਤਰ੍ਹਾਂ ਜੀ? ਵੀ ਜਿਵੇਂ ਕੋਈ ਆਪਾਂ ਕਹਿੰਦੇ ਵੀ ਸਾਰੇ ਕਰਮਾਂ ਦੇ ਵਿੱਚ ਮਤਲਬ ਹੁਕਮ ਦੇ ਵਿੱਚ ਹੀ ਨੇ। ਜੇ ਕੋਈ ਬੰਦਾ ਕੋਈ ਇੱਥੇ ਚੱਲ ਵੀ ਕੋਈ ਬੰਦਾ ਕਿਸੇ ਦਾ ਮਰਡਰ ਕਰਦਾ ਜਾਂ ਕੋਈ ਦਾ ਕਿਸੇ ਨੂੰ ਹਾਂਜੀ ਮਾਰ ਦਿੰਦਾ, ਤੇ ਫਿਰ ਹਾਂਜੀ ਹਾਂਜੀ ਉਹਦੇ ਚ ਪ੍ਰਮਾਤਮਾ ਦਾ ਹੁਕਮ ਤਾਂ ਨਹੀਂ ਨਾ ਸ਼ਾਮਲ ਹੁੰਦਾ, ਤਾਂ ਆਪਣੀ ਬੰਦੇ ਦੀ ਆਪਣੀ ਗਲਤੀ ਹੁੰਦੀ ਆ। ਉਹ ਫਿਰ ਉਹ ਕੀ ਹੁਕਮ ਚ ਹੁੰਦਾ ਕਿ ਹੁਕਮ ਤੋਂ ਬਾਹਰ ਹੁੰਦਾ ਜੀ ਉਹ? ਇਸ ਤਰ੍ਹਾਂ ਵੀ ਜੀ ਕਈ ਸਵਾਲ ਨਾ ਕਿਉਂਕਿ ਮੈਂ ਪਹਿਲੀ ਵਾਰ ਇੰਟਰੈਕਟ ਕਰ ਰਿਹਾ ਤੁਹਾਡੇ ਨਾਲ, ਗੱਲਬਾਤ ਕਰ ਰਿਹਾ। ਮਾਨਸਿਕ ਅਵਸਥਾ ਹਾਂਜੀ ਨਾ ਅਲੱਗ-ਅਲੱਗ ਹੁੰਦੀ ਸਭ ਦੀ, ਪਤਾ ਨਹੀਂ ਹੁੰਦਾ ਨਾ। ਮੈਂ ਜਿਸ ਤਰ੍ਹਾਂ ਕਲਾਸਿਸ ਹੁੰਦੀਆਂ ਨੇ ਨਾ, ਕਲਾਸ ਹੁੰਦੀਆਂ ਨੇ ਵੀ ਇੱਕ ਹਾਂਜੀ ਬੱਚਾ 5ਵੀਂ ਕਲਾਸ 'ਚ ਪੜ੍ਹਦਾ ਹੈ, ਇੱਕ 10ਵੀਂ 'ਚ ਹੈ, ਇੱਕ ਗ੍ਰੈਜੂਏਟ ਹੈ, ਇੱਕ ਨੇ ਹਾਂਜੀ MA ਹਾਂ ਕਰ ਲਈ, ਹੈ ਨਾ? ਬਿਲਕੁਲ। ਮੈਂ ਤਾਂ ਥੱਲੇ ਔਰ ਮੇਰੀ ਗੱਲ ਫੋਲੋ ਕਰ ਰਹੇ ਹੋ? ਹੁਣ ਇਹ ਨਾ ਸਾਰਾ ਸਟੇਜ ਵਾਈਜ਼ ਹੈ। ਪਹਿਲੀ ਸਟੇਜ ਦੇ ਹਾਂਜੀ ਵਿੱਚ ਤੇ ਸਮਝਾਉਣਾ ਅਲੱਗ ਹੈ। ਜਦੋਂ ਅਸੀਂ ਬਿਲਕੁਲ ਜੀਵਨ ਦੇ ਵਿੱਚ ਸਟੇਜਸ ਬਦਲਦੀਆਂ ਜਾਂਦੀਆਂ ਨੇ ਨਾ, ਉਹਦੇ ਬਾਅਦ ਸਾਨੂੰ ਹਾਂਜੀ ਆਪੇ ਸਮਝ ਆ ਜਾਂਦੀ ਵੀ ਹੈ। ਜਿਹੜੀ ਚੀਜ਼ ਆਪੇ ਬਿਲਕੁਲ ਸਮਝ ਆਏਗੀ ਨਾ, ਅਸਲੀ ਗਿਆਨ ਉਹ ਹੈ। ਠੀਕ ਹੈ ਜੀ, ਸੁਣ ਠੀਕ ਕੇ ਹੈ ਜੀ, ਠੀਕ ਹੈ ਸੁਣ ਕੇ ਕਦੀ ਗਿਆਨ ਨਹੀਂ ਹੁੰਦਾ ਕਿਸੇ ਤੋਂ। ਨਹੀਂ, ਠੀਕ ਹੈ ਬਿਲਕੁਲ ਠੀਕ ਹੈ ਜੀ, ਜਾਰੀ ਰੱਖੋ ਜੀ। ਥੈਂਕ ਯੂ ਠੀਕ ਹੈ ਜੀ। ਥੈਂਕ ਯੂ। ਤੇ ਚਲੋ ਇੱਥੇ ਹੁਣ ਐਸਾ ਸਾਨੂੰ ਸਮਝ ਆਏਗੀ, ਹੁਕਮ ਨੂੰ ਅਸੀਂ ਜਿੰਨਾ ਵੀ ਥੋੜਾ ਛੋਟੇ ਦਾਇਰੇ 'ਚ ਅਸੀਂ ਸਮਝ ਸਕੇ। ਅੱਜ ਇੱਕ ਪੁਆਇੰਟ ਸਮਝਿਆ ਹੁਕਮ ਦਾ, ਵੀ ਹੁਕਮ ਚੱਲ ਰਿਹਾ ਹੈ। ਹੁਣ ਹੁਕਮ ਨੂੰ ਸਾਡੀ ਹਉਮੈ ਕੀ ਹੈ ਕਿ ਮੈਂ ਹੁਕਮ ਦੇ ਵਿੱਚ, ਜੇ ਮੈਨੂੰ ਮੰਨ ਲਓ ਕੋਈ ਚੀਜ਼ ਪ੍ਰਾਪਤੀ ਹੋ ਗਈ, ਕੁਦਰਤੀ ਪ੍ਰਾਪਤੀ ਹੋ ਗਈ, ਇਹ ਸਾਡੇ ਜੀਵਨ ਦੇ ਅਨੁਭਵ ਸਾਨੂੰ ਦੱਸਣਗੇ। ਜੀਵਨ ਜਿੰਨਾ ਸਾਡਾ ਗੁਜ਼ਰ ਚੁੱਕਾ ਹੈ ਨਾ, ਕਦੀ ਪਾਸਟ ਨੂੰ ਦੇਖੋ, ਸਾਨੂੰ ਇਹ ਲੱਗੇਗਾ ਕਿ ਮੈਂ ਡਿਜ਼ਰਵ ਨਹੀਂ ਕਰਦਾ। ਮੰਨ ਲਓ ਮੈਨੂੰ ਕੋਈ ਬੜਾ ਅੱਛਾ ਜੋਬ ਮਿਲਿਆ ਹੈ, ਪਰ ਮੈਨੂੰ ਲੱਗਦਾ ਯਾਰ ਮੇਰੇ ਤੋਂ ਸਿਆਣੇ ਬੈਠੇ ਨੇ, ਉਹਨਾਂ ਨੂੰ ਨਹੀਂ ਮਿਲਿਆ, ਮੈਨੂੰ ਕਿਉਂ ਮਿਲ ਗਿਆ ਇੰਨਾ ਵਧੀਆ ਜੋਬ? ਐਸਾ ਵੀ ਕਈ ਵਾਰੀ ਹੁੰਦਾ। ਅਸੀਂ ਆਪਣੀ ਜ਼ਿੰਦਗੀ ਨੂੰ ਸਿਰਫ ਦੇਖਣਾ ਹੈ, ਦੂਜਿਆਂ ਦੇ ਨਾਲ ਕਿਤੇ ਵੀ ਕੰਪੇਅਰ ਨਹੀਂ ਕਰਨਾ ਕਿ ਉਹਦੇ ਨਾਲ ਐਸਾ ਕਿਉਂ ਹੋ ਰਿਹਾ। ਸਾਨੂੰ ਜਵਾਬ ਨਹੀਂ ਮਿਲਣੇ ਜ਼ਿੰਦਗੀ ਦੇ। ਜੇ ਸਾਨੂੰ ਸੱਚ ਦਾ ਗਿਆਨ ਲੈਣਾ, ਸਾਨੂੰ ਆਪਣੇ ਆਪ ਤੋਂ ਅੰਦਰੋਂ ਹੀ ਮਿਲੇਗਾ। ਅੰਦਰੋਂ ਮੀਨਸ ਆਪਣੇ ਆਪ ਤੋਂ, ਆਪਣੇ ਜੀਵਨ ਤੋਂ, ਆਪਣੀਆਂ ਸੋਚਾਂ ਤੋਂ, ਆਪਣੇ ਵਿਵਹਾਰ ਤੋਂ, ਆਪਣੀ ਸਮਝ ਤੋਂ, ਉੱਥੋਂ ਹੀ ਜਵਾਬ ਮਿਲਣੇ ਨੇ ਅਸਲੀ। ਸਾਨੂੰ ਆਪਣਾ ਅਨੁਭਵ ਸਾਨੂੰ ਦੱਸੇਗਾ ਵੀ ਕੀ ਦਾ ਕੀ ਹੁੰਦਾ ਹੈ, ਤੇ ਸਾਨੂੰ ਉਹ ਜਿਹੜਾ ਗਿਆਨ ਹੋਏਗਾ, ਅਸਲੀ ਗਿਆਨ ਉਹ ਹੋਏਗਾ। ਪਰ ਕਈ ਵਾਰੀ ਕੀ ਹੁੰਦਾ ਕਿ ਅਸੀਂ ਸੁਣਾਇਆ ਗਿਆਨ ਜਿਹੜਾ ਹੈ ਨਾ, ਉਹ ਜਦੋਂ ਸਾਨੂੰ ਸਮਝ ਆ ਜਾਂਦੀ ਹੈ ਨਾ, ਉਹਨੂੰ ਅਸੀਂ ਕਹਿੰਦੇ ਬੌਧਿਕ ਸਤਰ ਤੇ ਸਮਝ ਆਇਆ। ਸਿਰਫ ਇਹਨੂੰ ਮੈਂ ਥੋੜਾ ਜਿਹਾ ਕਲੀਅਰ ਕਰਦਾ ਹੋਰ। ਦੇਖੋ, ਇੱਕ ਬੰਦਾ ਗੁਰਦੁਆਰੇ ਜਾਂਦਾ ਰੋਜ਼, ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਕੇ ਤੇ ਦੁਕਾਨ ਖੋਲਦਾ ਹੈ, ਜਾਂ ਕਿਸੇ ਆਪਣੀ ਡਿਊਟੀ ਤੇ ਜਾਂਦਾ, ਰੋਜ਼ ਜਾਂਦਾ ਹੈ ਗੁਰਦੁਆਰੇ, ਮੱਥਾ ਟੇਕ ਕੇ ਚਲਾ ਜਾਂਦਾ ਹੈ। ਅਸੀਂ ਕਹਾਂਗੇ ਚਲੋ ਬੰਦਾ ਚੰਗਾ ਬਈ, ਹਾਲੇ ਗੁਰਮੁਖ ਨਹੀਂ ਉਹਨੂੰ ਕਹਿ ਸਕਦੇ। ਅਸੀਂ ਇਹ ਕਹਾਂਗੇ ਚਲੋ ਤੇ ਅਸੀਂ ਇਹ ਦੇਖਾਂਗੇ ਗੁਰਦੁਆਰੇ ਗਏ, ਮੱਥਾ ਟੇਕਿਆ, ਬੰਦਾ ਨੂੰ ਇਹ ਤਰੀਕਾ ਵੀ ਮਾੜਾ ਬੰਦਾ ਵੀ ਗੁਰਦੁਆਰੇ ਕੇ ਮੱਥਾ ਟੇਕ ਕੇ ਦੁਕਾਨ ਖੋਲਦਾ। ਅਸੀਂ ਇਹ ਕਹਾਂਗੇ ਚੰਗਾ ਹੈ, ਪਰ ਹਾਲੇ ਉਹਨੂੰ ਅਸੀਂ ਗੁਰਮੁਖ ਨਹੀਂ ਕਹਿ ਸਕਦੇ। ਉਹਦੇ ਤੇ ਅਸੀਂ ਗੁਰੂ ਸਾਹਿਬ ਨੂੰ ਜਾ ਕੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਿਆ ਹੈ, ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਿਆ ਤੇ ਹੈ ਨਹੀਂ ਅਜੇ। ਇਸ ਕਰਕੇ ਅਸੀਂ ਇਹ ਕਰਾਂਗੇ, ਥੋੜੀ ਦੇਰ ਵਾਸਤੇ ਇਹ ਕਹਿ ਲਾਂਗੇ ਕਿ ਚਲੋ ਵੀ ਥੋੜਾ ਜਿਹਾ ਵਧੀਆ ਕੰਮ ਉਹਨੇ ਕੀਤਾ। ਐ ਸਮਝੋ 60 ਰੁਪਏ ਕਿਲੋ ਦੁੱਧ ਆਉਂਦਾ ਹੈ, 60 ਰੁਪਏ ਵਾਲਾ ਕੰਮ ਹੋ ਗਿਆ, 1 ਕਿਲੋ ਦੁੱਧ ਵਾਲਾ ਕੰਮ ਉਹਨੇ ਕਰ ਲਿਆ। ਪਰ ਉਸੇ ਨੂੰ ਜਦੋਂ ਜਮਾ ਲਿਆ ਦੁੱਧ ਨੂੰ, 60 ਰੁਪਏ ਕਿਲੋ ਵਾਲੇ ਦੁੱਧ ਨੂੰ ਜਮਾ ਦਿੰਦੇ ਆ, ਤੇ ਦਹੀਂ ਦੀ ਕੀਮਤ ਵੱਧ ਜਾਂਦੀ ਹੈ 80 ਰੁਪਏ ਕਿਲੋ। ਦੁੱਧ ਉਹੀ ਸੀ, ਸਿਰਫ ਜਮਾਇਆ ਤੇ ਉਹਦੀ 80 ਰੁਪਏ ਕਿਲੋ ਹੋ ਗਈ।
ਇਹ 80 ਰੁਪਏ ਕਿਲੋ ਦਾ ਐਗਜ਼ਾਮਪਲ ਮੈਂ ਤਾਂ ਦੇ ਰਿਹਾ ਕਿਸ ਤਰ੍ਹਾਂ ਪ੍ਰੋਗਰੈਸ ਕਿਸ ਤਰ੍ਹਾਂ ਹੁੰਦੀ ਹੈ ਆਪਾਂ ਦੇਖੀ ਅਸੀਂ। ਦੇਖੋ 60 ਰੁਪਏ ਕਿਲੋ ਦੁੱਧ ਹੈ, ਜੇ ਦਹੀਂ ਜਮਾ ਲਿਆ 80 ਰੁਪਏ ਕਿਲੋ, ਮੱਖਣ ਕੱਢ ਲਿਆ ਤੇ 250 ਰੁਪਏ ਕਿਲੋ, ਘਿਓ ਕੱਢ ਲਿਆ ਤੇ 600 ਰੁਪਏ ਕਿਲੋ। 60 ਰੁਪਏ ਕਿਲੋ ਵਾਲੀ ਚੀਜ਼ ਦੀ ਕੀਮਤ ਜਿਹੜੀ ਹੈ 600 ਰੁਪਏ ਕਿਲੋ ਵੱਧ ਗਈ, ਘਿਓ ਤੱਕ ਜਾ ਕੇ ਹੋ ਗਈ ਉਸੇ ਦੁੱਧ ਦੀ। ਇਸੇ ਤਰ੍ਹਾਂ ਸਾਡੇ ਜੀਵਨ 'ਚ ਵੀ ਸਾਡੀ ਵੈਲਿਊ ਵਧੇਗੀ, ਸਾਡੇ ਗਿਆਨ ਦੇ ਨਾਲ, ਸਾਡੇ ਆਚਰਣ ਦੇ ਨਾਲ, ਸਾਡੇ ਵਿਵਹਾਰ ਦੇ ਨਾਲ, ਸਾਡੀ ਸਮਝ ਦੇ ਨਾਲ ਸਾਡੀ ਕੀਮਤ ਵਧਣੀ। ਅਸੀਂ ਵੀ ਤੱਕ ਮਤਲਬ ਘਿਓ ਬਣਨਾ ਹੈ, ਇਹ ਸਾਡੀ ਡੈਸਟਨੀ, ਸਾਡਾ ਸਫ਼ਰ ਹੈ। ਐ ਸਮਝੋ ਅਸੀਂ ਦੁੱਧ ਹਾਂ, ਗੁਰੂ ਗ੍ਰੰਥ ਸਾਹਿਬ ਨੂੰ ਜਾ ਕੇ ਮੱਥਾ ਟੇਕ ਕੇ ਦੁਕਾਨ ਖੋਲਦੇ ਹਾਂ, ਸਮਝ ਲਓ ਕਿ ਦੁੱਧ ਵਾਲਾ ਕੰਮ ਹੋ ਗਿਆ, 60 ਰੁਪਏ ਸਾਡੀ ਕੀਮਤ ਪੈ ਗਈ। ਪਰ ਜੇ ਅਸੀਂ ਗੁਰਬਾਣੀ ਦਾ ਪਾਠ ਕਰਨ ਲੱਗ ਪਏ ਰੋਜ਼ ਤੇ ਸਾਡੀ ਕੀਮਤ ਹੋ ਗਈ 80 ਰੁਪਏ ਕਿਲੋ, ਕਿਉਂਕਿ ਅਸੀਂ ਗੁਰਬਾਣੀ ਪਹਿਲੇ ਕਿਸੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨ ਲਿਆ, ਬਿਲਕੁਲ ਠੀਕ ਹੈ, ਵਧੀਆ ਕੰਮ ਕੀਤਾ। ਹੁਣ ਗ੍ਰੰਥ ਦੇ ਬਾਅਦ ਅਸੀਂ ਆ ਗਏ ਬਾਣੀ ਗੁਰੂ ਹੈ ਬਾਣੀ ਗੁਰੂ ਤੇ ਆ ਗਏ, ਮਤਲਬ ਬਾਣੀ ਪੜ੍ਹਨ ਲੱਗ ਪਏ, ਨਿਤਨੇਮ ਕਰਨ ਲੱਗ ਪਏ, ਬਹੁਤ ਵਧੀਆ ਗੱਲ ਹੋ ਗਈ, 80 ਰੁਪਏ ਵਾਲੀ ਸਾਡੀ ਕੀਮਤ